के हर गोबिंद शुभ सुमत पर का श्री हर राय नमो कर श्री हर कृष्ण मनाओ बहो तेग बहादुर परम किर जी परम किर श्री गुरु गोबिंद सिंह तरो तरा पर पुन पुन जी पुन पुन सीसा बंदो बारंबार जगदीसा एक अंकारा सतगुरु तेह प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जी। हे पित एक परमात्म सारे, राग द्वैख क्यों करहो विचारे। अपर कल्पना ते मन रोको, सर्ब स्थान एक अवलोको। वाहिगुरु जी का खालसा वाहिगुरु जी की फतेह। परम सन्मानयोग चवर छतर तख्त दे मालक धन धन सतगुरु श्री गुरु तेग बहादुर जी महाराज साहिब, धन श्री गुरु ग्रंथ साहिब सच्चे पातशाह जी महाराज, सतगुरु महाराज जियों की पावन पवित्र निगी गोद दे अंदर सुभाईमान सतसंगी जनो सतगुरु धन धन श्री गुरु नानक देव महाराज जियों के मुबारक पावन पवित्र जीवन दे प्रसंग जीवन दी कथा सरवण कर रहे हैं महाराज जियों की पावन गोद दे अंदर। जो अज दा महान दिवस है सतगुरु धन धन सतगुरु श्री गुरु अंगद देव जी महाराज दीन दुनिया दे मालक अज दे दिवस सन 1552 नूं श्री गुरु अंगद देव महाराज सच्चे पातशाह जी प्रभुपुर प्याना करते हैं। ज्योति जोत दिवस है महाराज धन धन श्री गुरु अंगद देव महाराज जी का। सतगुरु श्री गुरु अंगद देव महाराज सच्चे पातशाह जियां दी उपमा दे अंदर जिथे भट्ट सहबाना ने महाराज जियां दी उपमा दे अंदर स्वईये उचारण कीते। भट्ट कल सहार जी दा हुणे ही स्वईया सरवण कीता, भाई साहब जी पढ़ रहे सन। अम्या दृष्ट शुभ करै हरै अग पाप सकल मल। भट्ट कल सहार जी जो आपा बचन अक्सर पढ़ने हाँ सो कहो टल गुर सेवी है। अहनिस सहज सुभाए दर्शन परसै गुरु कै जन्म मरण दुख जाए। भट्ट कल सहार जी भट्ट टल जी श्री गुरु अंगद देव महाराज जियां दी उन्हां दी उपमा दे अंदर उचारण कीता होया इसवैया है बचन है भट्ट जी दा। ਉੱਥੇ ਹੀ ਸਤਿਕਾਰਯੋਗ ਜਿਹੜੇ ਗੁਰੂ ਕੇ ਸਿੱਖ ਹਨ ਭਾਈ ਸੱਤਾ ਜੀ, ਭਾਈ ਬਲਵੰਡ ਜੀ,
ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਹਨਾਂ ਨੇ ਵੀ ਉਪਮਾ ਗਾਇਨ ਕੀਤੀ। ਮਹਾਰਾਜ ਜੀਆਂ ਦੀ ਉਪਮਾ ਦੇ ਅੰਦਰ ਉਹਨਾਂ ਨੇ ਬਚਨ ਉਚਾਰਨ ਕੀਤੇ। ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖੱਟੀਐ, ਜੋਤ ਓਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀਐ। ਕਹਿੰਦੇ ਹੇ ਲੋਗੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕੇਵਲ ਕਾਇਆ ਹੀ ਪਲਟੀ ਹੈ। ਜੋਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਲੀ ਹੈ। ਜੋਤ ਓਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀਐ, ਝੁੱਲੈ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ। ਮਹਾਰਾਜ ਸੱਚੇ ਪਾਤਸ਼ਾਹ ਜੀ ਫੇਰ ਵਸਾਇਆ ਫੇਰੂ ਆਣ, ਸਤਿਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੁਰ ਮੁੱਚ ਗੁਰੂਰ। ਲੱਭ ਵਿਨਾਹੇ ਮਾਨਸਾ ਜਿਉ ਪਾਣੀ ਬੂਰ, ਵਰੀਆ ਦਰਗਾ ਗੁਰੂ ਕੀ ਕੁਦਰਤੀ ਨੂਰ। ਜਿਤ ਸੋ ਹੱਥ ਨਾ ਲੱਭਈ ਤੂੰ ਓਠਾ ਰੂਰ, ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੂਰ। ਨੇੜਾ ਦਿਸੈ ਮਾਤ ਲੋਕ ਤੁਧ ਸੁਝੈ ਦੂਰ, ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਬਚਨ ਕੀਤਾ ਭਾਈ ਸੱਤਾ ਭਾਈ ਬਲਵੰਡ ਜੀ ਨੇ, ਹੇ ਸਤ ਸੰਗੀ ਜਨੋ, ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਨੇ ਲੈ ਗੱਲਾਂ ਕਰੈ ਦਲਾਲੀ। ਕਹਿੰਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਨੇ ਜਿਹੜੇ ਵਿੱਚ ਵਸੀਠ ਬਣ ਕੇ ਵਿਚੋਲੇ ਬਣ ਕੇ ਟੁੱਟਿਆਂ ਹੋਇਆਂ ਨੂੰ ਜੋੜਨ ਦੀ ਸਮਰੱਥਾ ਰੱਖਦੇ ਨੇ। ਜਿਹੜੇ ਟੁੱਟਿਆਂ ਹੋਇਆਂ ਦਾ ਵਿੱਚ ਜੋੜ ਪਾ ਦਿੰਦੇ ਹਨ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ। ਸਾਧ ਸੰਗਤ ਜੀਓ, ਜਦੋਂ ਵੀ ਪਾਏ ਹੋਏ ਪੂਰਨੇ ਸੇਵਾ ਦੀ ਗੱਲ ਚੱਲੇਗੀ, ਸਰਵੋਤਮ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਸੇਵਾ ਦੇ ਸੰਬੰਧ ਦੇ ਅੰਦਰ ਮਹਾਰਾਜ ਜੀਓ ਕਾ ਨਾਮ ਪ੍ਰਥਮ ਆਵੇਗਾ। ਮਹਾਰਾਜ ਜੀਆਂ ਨੇ ਕਿਸ ਪ੍ਰਕਾਰ ਸੇਵਾ ਕਰਨੀ ਹੈ, ਕਿਸ ਪ੍ਰਕਾਰ ਮਾਲਕ ਦੇ ਘਰ ਦੇ ਅੰਦਰ ਪ੍ਰਵਾਨ ਹੋਣਾ ਹੈ ਸੇਵਾ ਕਰਕੇ, ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪੂਰਨੇ ਪਾਏ। ਭਾਵੇਂ ਕਿ ਧਨਾੜ ਪਰਿਵਾਰ ਸੀ ਮਹਾਰਾਜ ਜੀ ਦਾ, ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਜਦੋਂ ਮਹਾਰਾਜ ਜੀ ਆਏ ਨੇ, ਅੰਦਰ ਦਾ ਜਿਹੜਾ ਅਭਿਮਾਨ ਸੀ ਮਹਾਰਾਜ ਜੀ ਤਾਂ ਉਹਨੂੰ ਪਹਿਲਾਂ ਹੀ ਦੂਰ ਕਰਕੇ ਆਏ ਹਨ। ਹਿਰਦੇ ਅੰਦਰ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਗੁਮਾਨ ਨਹੀਂ ਹੈ। ਭਾਵੇਂ ਸਤਿਗੁਰੂ ਮਹਾਰਾਜ ਜੀਆਂ ਨੇ ਅੱਧੀ ਰਾਤ ਨੂੰ ਹੀ ਹੁਕਮ ਕਰ ਦਿੱਤਾ, ਮੀਂਹ ਪੈ ਰਿਹਾ ਹੈ, ਧਰਮਸ਼ਾਲਾ ਦੀ ਕੰਧ ਡਿੱਗ ਗਈ, ਪੁਰਖਾ ਹੁਣੇ ਬਣਾਉਣੀ ਹੈ, ਉਸੇ ਵਕਤ ਹੀ ਸਤ ਬਚਨ ਕਹਿ ਕੇ ਤੁਰ ਪਏ। ਜਦੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕੀਤੇ, ਉਸੇ ਵਕਤ ਹੀ ਸਤ ਕਰਕੇ ਮੰਨ ਕੇ ਤੁਰ ਪਏ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ਼ਨਾਨ ਕਰਨ ਵਾਸਤੇ ਗਏ। ਅੱਧੀ ਕੁ ਰਾਤ ਦਾ ਵੇਲਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਚੁੱਭੀ ਮਾਰੀ। ਉਧਰੋਂ ਨਾਲ ਹੀ ਥੋੜਾ ਜਿਹੜਾ ਮੌਸਮ ਸੀ ਥੋੜਾ ਹੋਰ ਵਿਗੜ ਗਿਆ, ਝੱਖੜ ਝੁੱਲਣ ਲੱਗਾ, ਮੀਂਹ ਬਰਸਾਤ ਤੇਜ਼ ਹੋ ਗਿਆ। ਨਾਲ ਦੇ ਜਿਹੜੇ ਹੋਰ ਸੇਵਾਦਾਰ ਆਏ ਸਨ ਉਹ ਚਲੇ ਗਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬਾਹਰ ਨਿਕਲਦੇ ਨੇ ਕੀ ਵੇਖਦੇ ਨੇ ਕਿ ਸਤਿਕਾਰਯੋਗ ਭਾਈ ਲਹਿਣਾ ਜੀ ਇਕੱਲੇ ਖਲੋਤੇ ਹਨ, ਬਾਕੀ ਸਾਰੇ ਘਰਾਂ ਨੂੰ ਚਲੇ ਗਏ। ਪਾਤਸ਼ਾਹ ਸਹਿਜ ਸੁਭਾਅ ਪੁੱਛਦੇ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਪੁਰਖਾ ਸਾਰੇ ਘਰਾਂ ਨੂੰ ਚਲੇ ਗਏ, ਤੂੰ ਕਿਉਂ ਨਾ ਗਿਆ? ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਮੇਰਾ ਤੇ ਘਰ ਹੀ ਤੁਸੀਂ ਹੋ। ਗੱਜ ਕੇ ਆਖੋ ਸਤਿਨਾਮ। ਮਹਾਰਾਜ ਜਿਨ੍ਹਾਂ ਦੇ ਘਰ ਨੇ ਉਹ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਪਾਤਸ਼ਾਹ ਮੇਰਾ ਤੇ ਟਿਕਾਣਾ ਹੀ ਇੱਕ ਤੁਸੀਂ ਹੋ। ਮੈਂ ਤਾਂ ਆਪਣਾ ਘਰ ਹੀ ਤੁਹਾਨੂੰ ਮੰਨਿਆ ਹੋਇਆ ਹੈ। ਮਹਾਰਾਜ ਜੀਆਂ ਦੇ ਘਰ ਦੇ ਅੰਦਰ ਅਥਾਹ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਘਾਲੀ। ਅੰਮ੍ਰਿਤ ਵੇਲੇ ਵੀ ਚੱਲ ਰਹੀ ਵਿਚਾਰ ਦੇ ਅੰਦਰ ਬੇਨਤੀ ਕੀਤੀ ਸੀ ਕਿ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੋਲ ਜਿਹੜੇ ਸਿੱਧ ਮਹਾਰਾਜ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਵੀ ਮਿਲਦੇ ਨੇ।
ਮਹਾਰਾਜ ਜੀਆਂ ਦੇ ਨਾਲ ਵਿਚਾਰ ਹੋਈ ਸਿੱਧਾਂ ਦੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਨਾਲ। ਬੜੇ ਉਹਨਾਂ ਨੇ ਜਿਹੜੇ ਬਚਨ ਸਨ ਮਹਾਰਾਜ ਜੀਆਂ ਨੂੰ ਪੁੱਛੇ ਵੀ ਜੀਵਨ ਕਿਸ ਪ੍ਰਕਾਰ ਯੋਗ ਤੋਂ ਬਿਨਾਂ ਤਾਂ ਜੀਵਨ ਸ਼ੁੱਧ ਹੋ ਹੀ ਨਹੀਂ ਸਕਦਾ, ਜੀਵਨ ਨਿਰਮਲ ਨਹੀਂ ਹੋ ਸਕਦਾ ਜੇ ਕੋਈ ਮਨੁੱਖ ਯੋਗ ਸਾਧਨਾ ਨਾ ਕਰੇ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਬਚਨ ਕੀਤੇ ਭਾਈ, ਉਹ ਪੁਰਾਤਨ ਸਮੇਂ ਸੀ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਮਾਰਗ ਨਾਮ ਬਾਣੀ ਦਾ ਮਾਰਗ ਦਰਸਾਇਆ ਹੈ। ਵਿਚਾਰਾਂ ਕਰਦਿਆਂ ਕਰਦਿਆਂ ਸਿੱਧ ਮਹਾਰਾਜ ਜੀਆਂ ਨੂੰ ਲੱਗੇ ਕਹਿਣ, ਕਹਿੰਦੇ ਸਾਨੂੰ ਇੱਕ ਗੱਲ ਦੱਸੋ। ਮਹਾਰਾਜ ਕਹਿੰਦੇ ਕੀ ਭਾਈ? ਪੁੱਛਦੇ ਕੀ ਹੋ? ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਕੋਲ ਸੁਮੇਰ ਪਰਬਤ ਦੀ ਧਰਤੀ ਤੇ ਗਏ। ਕਈ ਵਾਰ ਉਹਨਾਂ ਨਾਲ ਭੇਟ ਹੋਈ, ਕਈ ਵਾਰ ਉਹਨਾਂ ਨਾਲ ਵਿਚਾਰ ਚਰਚਾ ਹੋਈ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਅੱਗੇ ਜਾਂ ਕਿਸੇ ਅੱਗੇ ਨਹੀਂ ਨਿਵੇਂ। ਭਾਵੇਂ ਉਹ ਚੱਲ ਵਟਾਲੇ ਵਿਚਾਰ ਚਰਚਾ ਹੋਈ, ਸੁਮੇਰ ਪਰਬਤ ਤੇ ਹੋਈ ਜਾਂ ਹੋਰ ਥਾਵਾਂ ਤੇ ਹੋਈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਨਿਵੇਂ ਸਾਡੇ ਸਾਹਮਣੇ। ਮਹਾਰਾਜ ਕਿਸੇ ਵੀ ਥਾਂ ਤੇ ਗਏ, ਭਾਵੇਂ ਮੱਕੇ ਦੀ ਜ਼ਿਆਰਤ ਮਹਾਰਾਜ ਜੀਆਂ ਨੇ ਕੀਤੀ, ਉਸ ਥਾਂ ਤੇ ਗਏ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਹਾਜੀਆਂ ਸਾਹਮਣੇ ਵੀ ਕਾਜ਼ੀਆਂ ਸਾਹਮਣੇ ਵੀ ਨਹੀਂ ਝੁਕੇ। ਵਿੱਚੋਂ ਇੱਕ ਸਿੱਧ ਜੋਗੀ ਲੱਗਾ ਮਹਾਰਾਜ ਜੀਆਂ ਨੂੰ ਕਹਿਣ, ਅਸੀਂ ਪੁੱਛਦੇ ਹਾਂ ਕਿ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸੇ ਸਾਹਮਣੇ ਨਹੀਂ ਝੁਕੇ, ਉਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਤੁਹਾਡੇ ਸਾਹਮਣੇ ਕਿਵੇਂ ਮੱਥਾ ਟੇਕ ਦਿੱਤਾ? ਤੁਹਾਡੇ ਸਾਹਮਣੇ ਕਿਵੇਂ ਝੁਕ ਗਏ ਧੰਨ ਗੁਰੂ ਨਾਨਕ ਦੇਵ ਮਹਾਰਾਜ? ਸਤਿਗੁਰੂ ਜੀਆਂ ਨੇ ਜਦੋਂ ਇਹ ਬਚਨ ਸੁਣੇ, ਭਾਈ ਲਹਿਣਾ ਜੀ ਨੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਉਸ ਵਕਤ ਗੁਰਤਾ ਗੱਦੀ ਉੱਪਰ ਸੁਸ਼ੋਭਤ ਨੇ, ਜਦੋਂ ਇਹ ਵਿਚਾਰ ਹੋਈ ਸੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਲੱਗੇ ਕਹਿਣ, ਕਹਿੰਦੇ ਨਹੀਂ ਸਿੱਧੋ, ਤੁਹਾਨੂੰ ਭੁਲੇਖਾ ਹੈ ਕਿ ਮਹਾਰਾਜ ਨਿਵੇਂ ਨੇ। ਨਿਵੇਂ ਨਹੀਂ ਹਨ। ਉਹ ਤਾਂ ਜਿਵੇਂ ਇੱਕ ਮਾਂ ਆਪਣੇ ਮਿੱਟੀ ਵਿੱਚ ਰੁਲਦੇ ਹੋਏ ਬੱਚੇ ਨੂੰ ਚੁੱਕਣ ਵਾਸਤੇ ਝੁਕਦੀ ਹੈ, ਮੈਂ ਤਾਂ ਮਿੱਟੀ ਵਿੱਚ ਰੁਲ ਰਿਹਾ ਸਾਂ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਤਾਂ ਮੈਨੂੰ ਨਿਉ ਕੇ ਚੁੱਕਿਆ ਸੀ। ਮਹਾਰਾਜ ਝੁਕੇ ਨਹੀਂ ਹਨ। ਮੈਂ ਤਾਂ ਮਿੱਟੀ ਵਿੱਚ ਰੁਲ ਰਿਹਾ ਸਾਂ, ਬਸ ਮਹਾਰਾਜ ਜੀਆਂ ਨੇ ਨਿਉ ਕੇ ਮੈਨੂੰ ਚੁੱਕਿਆ ਹੈ ਮਿੱਟੀ ਵਿੱਚ ਰੁਲਦੇ ਹੋਏ ਨੂੰ। ਤੁਹਾਨੂੰ ਭੁਲੇਖਾ ਹੈ ਕਿ ਪਾਤਸ਼ਾਹ ਮੇਰੇ ਸਾਹਮਣੇ ਨਿਵੇਂ ਨਹੀਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਤਾਂ ਨਿਮਾਣਿਆਂ ਨੂੰ ਮਾਣ ਦਿੱਤਾ ਹੈ। ਭਾਈ ਸੱਤਾ ਭਾਈ ਬਲਵੰਡ ਜੀ ਬਚਨ ਲਿਖਦੇ ਨੇ, ਨਾਉ ਕਰਤਾ ਕਾਦਰ ਕਰੈ ਕਿਉਂ ਬੋਲ ਹੋਵੈ ਜੋ ਖੀਮਦਾ, ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਮਦਾ, ਨਾਨਕ ਰਾਜ ਚਲਾਇਆ ਸਚ ਕੋਟ ਸਤਾਨੀ ਨੀਮਦਾ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾਕੂਏ ਜੀਦਾ, ਗੁਰ ਚੇਲੇ ਰਹਿਰਾਸ ਕੀ। ਗੁਰੂ ਨੇ ਚੇਲੇ ਸਾਹਮਣੇ ਰਹਿਰਾਸ ਕੀਤੀ। ਰਹਿਰਾਸ ਕੀਤੀ ਮਤਲਬ ਗੁਰੂ ਨੇ ਚੇਲੇ ਸਾਹਮਣੇ ਡੰਡੌਤ ਕੀਤੀ, ਆਪ ਉਹਨਾਂ ਨੂੰ ਨਮਸਕਾਰ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ, ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮਦਾ, ਸਹਿ ਟਿਕਾ ਦਤੋਸ ਜੀਵਦਾ, ਜਿਉਂਦਿਆਂ ਜੀ ਗੁਰਿਆਈ ਦਾ ਜਿਹੜਾ ਨਿਰੰਜਨੀ ਛਤਰ ਮਹਾਰਾਜ ਜੀਆਂ ਨੂੰ ਬਖਸ਼ਿਸ਼ ਕੀਤਾ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਾਬਾ ਫੇਰੂ ਮੱਲ ਜੀਆਂ ਦੇ ਸੁਪੁੱਤਰ ਜੀ ਨੇ ਖਡੂਰ ਸਾਹਿਬ ਨਗਰ ਦਾ ਨਿਰਮਾਣ ਮਹਾਰਾਜ ਜੀਆਂ ਨੇ ਕਰਵਾਇਆ। ਮਹਾਰਾਜ ਜੀ ਉਸ ਥਾਂ ਆਣ ਕੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਵਸੇਬਾ ਉਸ ਥਾਂ ਕੀਤਾ। ਪਹਿਲਾਂ ਸਿੱਖੀ ਦਾ ਜਿਹੜਾ ਪ੍ਰਚਾਰ ਸੈਂਟਰ ਸੀ ਕਰਤਾਰਪੁਰ ਸਾਹਿਬ ਦਾ ਪਾਵਨ ਸਥਾਨ, ਉੱਥੋਂ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਤੇ ਉੱਥੋਂ ਆਏ। ਜਗਤ ਜਲੰਦੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਤਾਰਿਆ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਮੱਲ ਅਖਾੜੇ ਕਾਇਮ ਕੀਤੇ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਪਵਿੱਤਰ ਗੁਰਮੁਖੀ ਲਿਪੀ ਦਾ ਮਹਾਰਾਜ ਜੀਆਂ ਨੇ ਪਹਿਲਾਂ ਨਾਲੋਂ ਵੀ ਜਿਹੜਾ ਤੇਜ ਹੋਰ ਵੀ ਸੰਚਾਰ ਸਾਧਨ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ
ਪਾਵਨ ਪਵਿੱਤਰ ਗੁਰਮੁਖੀ ਲਿਪੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸਵਾਰਦੇ ਹਨ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੀ ਹਯਾਤੀ ਵਿੱਚ ਜੇ ਪਾਤਸ਼ਾਹ ਜੀਆਂ ਦੇ ਘਰ ਦੇ ਉੱਪਰ ਉਸ ਵਕਤ ਹੁਮਾਯੂੰ ਵੀ ਚੜ੍ਹ ਕਰਕੇ ਆਇਆ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸਹਿਜ ਸੁਭਾਕ ਬਚਨ ਕਰਦੇ ਨੇ ਹੁਮਾਯੂੰ ਨੂੰ, ਹੁਮਾਯੂੰ ਤੂੰ ਅੱਜ ਸੰਤਾਂ ਦੇ ਉੱਪਰ ਤੂੰ ਆਪਣੀ ਸ਼ਮਸ਼ੀਰ ਬੇਮਿਆਨ ਕਰਨਾ ਹੈ, ਤਲਵਾਰ ਕੱਢਦਾ ਹੈ। ਉਦੋਂ ਤੂੰ ਕਿੱਥੇ ਗਿਆ ਸੈਂ ਜਦੋਂ ਤੂੰ ਸ਼ੇਰ ਸ਼ਾਹ ਸੂਰੀ ਤੋਂ ਭੱਜ ਕੇ ਜੋ ਅੱਜ ਆਇਆ ਹੈ, ਉਦੋਂ ਤੇਰੀ ਇਹ ਤਲਵਾਰ ਕਿੱਥੇ ਸੀ? ਅੱਜ ਤੂੰ ਸਾਡੇ ਬੈਠਿਆਂ ਦੇ ਉੱਪਰ ਤੂੰ ਇਹ ਤਲਵਾਰ ਕੱਢਣ ਲੱਗਾ ਹੈ। ਜਦੋਂ ਹੁਮਾਯੂੰ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਤੋਂ ਮਾਰ ਖਾ ਕੇ ਭੱਜਿਆ ਸੀ, ਆਉਂਦਾ ਪਤਨ ਤੋਂ ਲੰਘਣਾ ਸੀ, ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੋਲ ਆਇਆ। ਅੰਦਰ ਜਿਹੜਾ ਅਹੰਕਾਰ ਸੀ ਨਾ ਬਾਦਸ਼ਾਹ ਦੇ ਵੀ ਮੈਂ ਜਾਵਾਂ, ਮੇਰੇ ਜਾਂਦਿਆਂ ਨੂੰ ਸਤਿਗੁਰੂ ਜੀ ਮਹਾਰਾਜ ਜੀਉ ਆਇਆ ਕਹਿਣ, ਉੱਠ ਕੇ ਖਲੋਣ। ਸੰਧਿਆ ਵੇਲਾ ਸੀ, ਪਾਤਸ਼ਾਹ ਜੀ ਮੱਲ ਅਖਾੜੇ ਵਿੱਚ ਪਹਿਲਵਾਨਾਂ ਦਾ ਘੋਲ ਵੇਖ ਰਹੇ ਸਨ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਪਹਿਲਵਾਨਾਂ ਨੂੰ ਘੁਲਾ ਰਹੇ ਸਨ। ਹੁਮਾਯੂੰ ਆਇਆ, ਪਾਤਸ਼ਾਹ ਜੀ ਆਪਣੇ ਰੰਗ ਵਿੱਚ ਬੈਠੇ ਰਹੇ। ਇਹਨੇ ਗੁੱਸੇ ਵਿੱਚ ਆਣ ਕੇ ਹੁਮਾਯੂੰ ਨੇ ਕਿਰਪਾਨ ਤਲਵਾਰ ਕੱਢ ਲਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬੈਠੇ ਬੈਠੇ ਲੱਗੇ ਕਹਿਣ, ਉਦੋਂ ਤੇਰੀ ਇਹ ਤਲਵਾਰ ਕਿੱਥੇ ਸੀ ਜਦੋਂ ਤੂੰ ਸ਼ੇਰ ਸ਼ਾਹ ਸੂਰੀ ਤੋਂ ਭੱਜ ਕੇ ਆਇਆ? ਬਹਾਦਰ ਸਾਹਿਬ ਭੱਜਣਾ ਨਹੀਂ ਸੀ ਉਸ ਮੈਦਾਨ ਦੇ ਵਿੱਚੋਂ। ਸ਼ਰਮਸਾਰ ਹੋ ਗਿਆ ਹੁਮਾਯੂੰ ਮਹਾਰਾਜ ਜੀਆਂ ਦੇ ਬੋਲ ਸੁਣ ਕਰਕੇ। ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੀ ਹਯਾਤੀ ਵਿੱਚ ਆਪਣੀ ਥਾਂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਗੁਰਤਾ ਗੱਦੀ ਦੀ ਸੇਵਾ ਸੰਭਾਲ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਸਾਹਿਬ ਜੀ ਬਚਨ ਲਿਖਦੇ ਨੇ, ਸਾਧ ਸੰਗਤ ਜੀ ਮਤ ਕੋਈ ਇਹ ਬਾਤ ਸੋਚੇ ਕਿ ਫਲਾਣੇ ਨੇ ਸੇਵਾ ਕੀਤੀ। ਮਹਾਰਾਜ ਜੀ ਤਾਂ ਇਹ ਬਚਨ ਲਿਖਦੇ ਨੇ ਪਾਵਨ ਬਾਣੀ ਅੰਦਰ ਜਾਂ ਸਤਿਕਾਰਯੋਗ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਇਹ ਤਾਂ ਦਾਤ ਜੋਤ ਖਸਮੈ ਵਡਿਆਈ। ਗੁਰਤਾ ਗੱਦੀ ਉੱਪਰ ਜੇ ਕੋਈ ਸ਼ਸ਼ੋਭਤ ਹੋਇਆ, ਇਹ ਤਾਂ ਦਾਤ ਜੋਤ ਖਸਮ ਦੀ ਵਡਿਆਈ ਹੈ। ਬਾਬਾ ਬੁੱਢਾ ਸਾਹਿਬ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਤੋਂ ਪਹਿਲਾਂ ਗੁਰੂ ਦੇ ਘਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਵਿੱਚ ਸੇਵਾ ਵਿੱਚ ਆਏ ਨੇ। ਬਾਬਾ ਬੁੱਢਾ ਸਾਹਿਬ ਜੀਆਂ ਦੀ ਵੀ ਅਥਾਹ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਉਹਨਾਂ ਦੀ ਵੀ ਸੇਵਾ ਹੈ। ਭਾਈ ਗੁਰਦਾਸ ਸਾਹਿਬ ਜੀ ਪੌੜੀ ਉਚਾਰਦੇ ਨੇ, ਸੋ ਟਿੱਕਾ ਸੋ ਛਤਰ ਧਰ ਸੋਈ ਸੱਚਾ ਤਖਤ ਟਿਕਾਈ। ਗੁਰ ਨਾਨਕ ਹੰਦੀ ਮੋਰ ਹੱਥ ਗੁਰ ਅੰਗਦ ਦੀ ਦੋਹੀ ਫਰਾਈ। ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਜੰਮੇ ਪੂਰਬ ਬੀਜਿਆ ਵਿੱਚ ਵਿੱਚ ਹੋਰ ਕੂੜੀ ਚਤੁਰਾਈ। ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ। ਤੇ ਪੌੜੀ ਦੀ ਸਮਾਪਤੀ ਕਰਦੇ ਨੇ ਇਸ ਪੰਕਤੀ ਤੇ, ਸਾਧ ਸੰਗਤ ਜੀਓ ਦਾਤ ਜੋਤ ਖਸਮੈ ਵਡਿਆਈ। ਇਹ ਤਾਂ ਮਾਲਕ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ, ਜਿਹਦੇ ਸੀਸ ਤੇ ਨਿਰੰਜਨੀ ਛਤਰ ਚਲਾਉਣਾ ਹੋਵੇ। ਅੱਜ ਦੇ ਦਿਵਸ ਸਨ 1552 ਨੂੰ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਉਮਰ ਸਾਧ ਸੰਗਤ ਜੀਓ ਉਸ ਵਕਤ 48 ਸਾਲਾਂ ਦੀ ਸੀ। 1504 ਨੂੰ ਮਹਾਰਾਜ ਜੀਆਂ ਦੇ ਅਵਤਰਨ ਨੇ। 1552 ਨੂੰ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਪ੍ਰਭਪੁਰ ਪਿਆਨਾ ਕਰਦੇ ਨੇ। 48 ਸਾਲ ਦੀ ਆਰਬਲਾ ਸੀ ਪਾਤਸ਼ਾਹ ਜੀ ਦੀ। ਆਪਣੀ ਥਾਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਠਾਲ ਕਰਕੇ ਆਪ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਥਮ ਨਮਸਕਾਰ ਕੀਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਭਪੁਰ ਪਿਆਨਾ ਕੀਤਾ। ਚੇਤਰ ਦੇ ਮਹੀਨੇ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਖੇਡ ਵਰਤਾਈ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ 62 ਸ਼ਲੋਕ ਗੁਰਦੇਵ ਮਹਾਰਾਜ ਜੀਆਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਵੱਖ-ਵੱਖ ਵਾਰਾਂ ਦੇ ਵਿੱਚ ਸਾਧ ਸੰਗਤ ਜੀਓ ਆਪਾਂ ਦਰਸ਼ਨ ਕਰਨੇ ਹਾਂ। ਐਸੇ ਦੀਨ ਦਇਆਲ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਬਾਰੰਬਾਰ ਬੰਦਨਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ
ਥੀਆ ਰਾਮ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਮੁਬਾਰਕ ਚਰਨਾਂ ਪਲ ਬਾਰੰਬਾਰ ਬੰਦਨਾ ਹੈ। ਸੋ ਇਹ ਤਾਂ ਅਸੀਂ ਸਾਧ ਸੰਗਤ ਜੀਓ ਅੱਜ ਦੇ ਦਿਹਾੜੇ ਤੇ ਆਰੰਭ ਦੇ ਵਿੱਚ ਬੇਨਤੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚੱਲ ਰਹੇ ਲੜੀਵਾਰ ਪ੍ਰਸੰਗ ਪਾਤਸ਼ਾਹ ਜੀ ਘਰ ਵਿੱਚ ਆਏ ਹਨ। ਸਤਿਗੁਰੂ ਮਹਾਰਾਜ ਜੀਆਂ ਦੇ ਸਤਿਕਾਰਯੋਗ ਪਿਤਾ ਮਹਿਤਾ ਕਾਲੂ ਜੀ ਨੇ ਮਹਾਰਾਜ ਜੀਆਂ ਤੋਂ ਆਤਮਿਕ ਉਪਦੇਸ਼ ਦੀ ਜਾਚਨਾ ਕੀਤੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਜਿਹੜਾ ਆਤਮਿਕ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਮਹਾਰਾਜ ਜੀਆਂ ਤੋਂ ਪੁੱਛਿਆ ਜੇ ਪਰਮਾਤਮਾ ਦਾ ਪਸਾਰਾ ਹੈ ਦਿਖਾਈ ਕਿਉਂ ਨਹੀਂ ਦਿੰਦਾ। ਮਹਾਰਾਜ ਜੀਆਂ ਨੇ ਫਿਰ ਦੱਸ ਪਾਈ, ਕਹਿੰਦੇ ਗਿਆਨੀ ਵਾਸਤੇ ਤਾਂ ਇਸ ਤਰ੍ਹਾਂ ਹੈ ਜਿਵੇਂ ਝਰਨਾ ਫਟਿਆ ਹੋਵੇ, ਝਰਨੇ ਦੇ ਵਿੱਚੋਂ ਸਹਿਜ ਸੁਭਾਅ ਹੀ ਜਲ ਛਕ ਲਈਦਾ ਹੈ। ਜਗਿਆਸੂ ਵਾਸਤੇ ਜਿਵੇਂ ਖੂਹ ਹੋਵੇ, ਅਗਿਆਨੀ ਵਾਸਤੇ ਜਿਵੇਂ ਪਰਦਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀਓ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹ ਉਦਾਹਰਨਾਂ ਆਪਣੇ ਪਿਤਾ ਜੀ ਨੂੰ ਦੇ ਕਰਕੇ ਆ ਸੰਸਾਰ ਦੀ ਨਾਸ਼ਮਾਨਤਾ ਮਨ ਦਾ ਟਿਕਾਓ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਿਤਾ ਜੀ ਦੇ ਨਾਲ ਸਤਿਕਾਰਯੋਗ ਮਹਿਤਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਦੇ ਨਾਲ ਇਹ ਬਚਨ ਕਰ ਰਹੇ ਹਨ। ਭਾਵੇਂ ਕਿ ਮਹਿਤਾ ਕਾਲੂ ਜੀ ਆਪਣੇ ਜੀਵਨ ਕਾਲ ਦੇ ਅੰਦਰ ਉਹਨਾਂ ਦਾ ਹਿਰਦਾ ਐਸਾ ਹੀ ਰਿਹਾ ਕਿ ਚਿੱਤ ਸੀ ਕਿ ਉਹਨਾਂ ਦਾ ਪੁੱਤਰ ਵੀ ਜਿਵੇਂ ਕੋਈ ਹੋਰ ਬੱਚਿਆਂ ਦੀ ਨਿਆਈ ਘਰ ਗ੍ਰਸਤੀ ਸੰਭਾਲਦੇ ਨੇ ਵੀ ਉਹਨਾਂ ਦਾ ਪੁੱਤਰ ਵੀ ਇਸੇ ਤਰ੍ਹਾਂ ਘਰ ਗ੍ਰਸਤੀ ਸੰਭਾਲੇਗਾ। ਪਰ ਪਾਤਸ਼ਾਹ ਜੀ ਤਾਂ ਵੱਡੀਆਂ ਜ਼ਿੰਮੇਵਾਰੀਆਂ ਵਾਸਤੇ ਆਏ ਹਨ। ਕਿਸੇ ਨੂੰ ਚਿੰਤਾ ਹੈ ਆਪਣੇ ਨਿੱਜ ਦੀ, ਕਿਸੇ ਨੂੰ ਚਿੰਤਾ ਹੈ ਆਪਣੇ ਘਰ ਪਰਿਵਾਰ ਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਮੁੱਚੇ ਸੰਸਾਰ ਨੂੰ ਹੀ ਆਪਣਾ ਘਰ ਮੰਨਿਆ। ਬੇਗਾਨੀ ਪੀੜਾ ਨੂੰ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਿੱਜ ਦੀ ਪੀੜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਨੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਆਓ ਸਾਧ ਸੰਗਤ ਜੀਓ ਇੱਥੋਂ ਤੱਕ ਜਿਹੜੇ ਆਪਾਂ ਬਚਨ ਸਰਵਣ ਕੀਤੇ ਕਰੋ ਮਨ ਬਿਰਤੀਆਂ ਇਕਾਗਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹੇ ਪਿਤ ਇਕ ਪਰਮਾਤਮ ਸਾਰੇ। ਹੇ ਪਿਤਾ ਜੀ ਸਾਰੇ ਪਾਸੇ ਉਹ ਪਰਿਪੂਰਨ ਪਰਮਾਤਮਾ ਇੱਕ ਦਾ ਪਸਾਰਾ ਹੈ। ਰਾਗ ਦਵੈਖ ਕਿਉਂ ਕਰਹੋ ਵਿਚਾਰੇ। ਕਿਉਂ ਤੁਸੀਂ ਆਪਣੇ ਹਿਰਦੇ ਦੇ ਅੰਦਰ ਰਾਗ ਤਥਾ ਇਹ ਖੁਸ਼ੀ ਤਥਾ ਈਰਖਾ ਕਿਉਂ ਹਿਰਦੇ ਅੰਦਰ ਕਰਦੇ ਹੋ। ਅਪਰ ਕਲਪਨਾ ਤੇ ਮਨ ਰੋਕੋ। ਆਪਣੇ ਹਿਰਦੇ ਦੀਆਂ ਤਰੰਗਾਂ ਨੂੰ ਹੋਰ ਕਲਪਨਾ ਹੋਰ ਵਾਸ਼ਨਾ ਵੱਲੋਂ ਰੋਕਣਾ ਕਰੋ। ਸਰਬ ਸਥਾਨ ਏਕ ਅਵਲੋਕੋ। ਸਾਰੀਆਂ ਥਾਵਾਂ ਤੇ ਉਸ ਇੱਕ ਪਰਿਪੂਰਨ ਪਰਮਾਤਮਾ ਦਾ ਵਾਸਾ ਜਾਣੋ। ਜਗਤ ਮੋਹਨੀ ਜੋ ਇਹ ਮਾਇਆ। ਆ ਜਿਹੜੀ ਜਗਤ ਨੂੰ ਮੋਹ ਲੈਣ ਵਾਲੀ ਜਿਹੜੀ ਮਾਇਆ ਹੈ। ਇਸ ਬਿਦ ਜਾਣੋ ਜਿਉ ਤਨ ਛਾਇਆ। ਇਸ ਮਾਇਆ ਮੋਹਣੀ ਨੂੰ ਜਿਵੇਂ ਆਪਣੇ ਸਰੀਰ ਦਾ ਪਰਛਾਵਾਂ ਹੋਵੇ ਇਸ ਜਗਤ ਮੋਹਣੀ ਮਾਇਆ ਨੂੰ ਇਸ ਪ੍ਰਕਾਰ ਜਾਣਨਾ ਕਰੋ। ਸ਼੍ਰੀ ਕਰਤਾਰ ਸੋ ਭਾਨ ਸਮਾਨਾ। ਉਹ ਪਰਿਪੂਰਨ ਪਰਮਾਤਮਾ ਨੂੰ ਇੱਕ ਸੂਰਜ ਦੀ ਤਰ੍ਹਾਂ ਤੁਸੀਂ ਪਹਿਚਾਨਣਾ ਕਰੋ। ਜਬ ਇਹ ਨਰ ਸਨਮੁਖ ਤੇ ਪਿਆਨਾ। ਕਹਿੰਦੇ ਜਿਸ ਵਕਤ ਸੂਰਜ ਮਨੁੱਖ ਦੇ ਸਾਹਮਣੇ ਹੋਵੇ ਬੰਦੇ ਦਾ ਮੂੰਹ ਸੂਰਜ ਵੱਲ ਹੋਵੇ ਤੇ ਪਰਛਾਵਾਂ ਪਿੱਛੇ ਕੁਦਰਤੀ ਚਲਾ ਜਾਏਗਾ। ਬੜੀ ਸੁੰਦਰ ਉਦਾਹਰਣ ਦੇ ਕਰਕੇ ਭਾਈ ਸੰਤੋਖ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜਿਹੜੇ ਬਚਨ ਵਾਰਤਾਲਾਪ ਕਰਵਾ ਰਹੇ ਹਨ ਪਿਤਾ ਜੀ ਦੇ ਨਾਲ। ਕਹਿੰਦੇ ਇਸ ਮਾਇਆ ਮੋਹਣੀ ਨੂੰ ਪਰਛਾਵਾਂ ਜਾਣੋ ਸਰੀਰ ਦਾ। ਪਰਮਾਤਮਾ ਸੂਰਜ, ਸੂਰਜ ਵੱਲ ਕੋਈ ਮੁਖ ਕਰੇ ਪਰਛਾਵਾਂ ਕੁਦਰਤੀ ਪਿੱਛੇ ਚਲਾ ਜਾਏਗਾ। ਇਸੇ ਤਰ੍ਹਾਂ ਜਿਹੜੀ ਮਾਇਆ ਹੈ
ਜਦੋਂ ਪਰਮੇਸ਼ਰ ਵੱਲ ਮਨੁੱਖ ਦਾ ਮੂੰਹ ਹੋਇਆ, ਮਾਇਆ ਆਪਣੇ ਆਪ ਹੀ ਇਹਦੇ ਤੋਂ ਪਿੱਛੇ ਹੋ ਜਾਵੇਗੀ। ਛਾਇਆ ਸਮਤੇ ਪਿੱਛੇ ਲਾਗੀ। ਉਦੋਂ ਫਿਰ ਜਿਹੜੀ ਮਾਇਆ ਹੈ, ਮਾਇਆ ਫਿਰ ਆਪਣੇ ਆਪ ਹੀ ਪਿੱਛੇ ਲੱਗ ਕੇ ਤੁਰੇਗੀ। ਪੁੰਨ ਨਾ ਆਦਰੈ ਹਰਿ ਅਨੁਰਾਗੀ। ਫਿਰ ਜਿਹੜੇ ਹਰੀ ਦੇ ਪਿਆਰੇ ਹਨ, ਫਿਰ ਉਹ ਉਹਨੂੰ ਸਤਿਕਾਰ, ਮਾਇਆ ਨੂੰ ਸਤਿਕਾਰ ਨਹੀਂ ਦਿੰਦੇ, ਬਲਕਿ ਮਾਇਆ ਹੀ ਉਹਨਾਂ ਦੇ ਪਿੱਛੇ ਪਿੱਛੇ ਹੋ ਟੁਰਦੀ ਹੈ। ਹਰ ਤੇ ਪੀਠ ਜੋ ਫੇਰ ਭਿਆਨਾ। ਕਹਿੰਦੇ ਫਿਰ ਜਿਨ੍ਹਾਂ ਨੇ ਹਰੀ ਤੋਂ ਮੁਖ ਮੋੜ ਲਿਆ, ਜਿਨ੍ਹਾਂ ਨੇ ਹਰੀ ਵੱਲੋਂ ਕੰਡ ਕਰ ਲਈ, ਮਾਇਆ ਗਹਿਨ ਚਹੈ ਨਰ ਇਆਨਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਹਰੀ ਵੱਲੋਂ ਕੰਡ ਕਰਕੇ ਜਿਹੜੇ ਫਿਰ ਮਾਇਆ ਨੂੰ ਗਹਿਣ ਕਰਦੇ ਹਨ ਜਾਂ ਮਾਇਆ ਨੂੰ ਪਕੜਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਨਾ ਹਰੀ ਹੱਥ ਆਇਆ ਨਾ ਮਾਇਆ ਹੱਥ ਆਈ, ਨਾ ਪਰਮਾਤਮਾ ਹੱਥ ਆਇਆ ਨਾ ਮਾਇਆ ਹੱਥ ਆਈ। ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਕਈ ਥਾਵਾਂ ਤੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵਿਦ ਪਾਵਨ ਪਵਿੱਤਰ ਬਾਣੀ ਅੰਦਰ ਪ੍ਰਮਾਣ ਦਿੰਦੇ ਹਨ। ਜਦੋਂ ਕਿਸੇ ਨੇ ਹਰੀ ਤੋਂ ਪਿੱਠ ਦੇ ਦਿੱਤੀ, ਮਾਇਆ ਵੱਲ ਮੁਖ ਕਰ ਲਿਆ, ਤੇ ਮਾਇਆ ਵੀ ਫਿਰ ਕਹਿੰਦੇ ਅੱਗੇ ਅੱਗੇ ਹੋ ਟੁਰਦੀ ਹੈ ਪਰਛਾਵੇਂ ਦੇ ਤਰ੍ਹਾਂ। ਕੋਈ ਪਰਛਾਵੇਂ ਨੂੰ ਪਕੜਨ ਦਾ ਯਤਨ ਕਰੇ, ਹੋਰ ਤੇਜ਼ ਭੱਜੇ, ਪਰਛਾਵਾਂ ਉਦੋਂ ਤੇਜ਼ ਹੋ ਗਿਆ, ਕਿਉਂਕਿ ਕੰਡ ਕਰ ਲੈਣਾ ਸੂਰਜ ਵੱਲ, ਗੁਰੂ ਵੱਲ ਕੰਡ ਜੂ ਹੋ ਗਈ। ਤਬ ਛਾਇਆ ਸਮਿਆ ਗੈ ਧਾਈ। ਕਹਿੰਦੇ ਫਿਰ ਇਹ ਛਾਇਆ ਵੱਤ ਅੱਗੇ ਹੋ ਕੇ ਨੱਠਦੀ ਹੈ। ਕਰੈ ਜਤਨ ਬਹੁ ਕਰ ਨਹਿ ਆਈ। ਬੰਦਾ ਯਤਨ ਤਾਂ ਬਹੁਤ ਕਰਦਾ ਹੈ ਪਕੜਨ ਦਾ, ਪਰ ਹੁਣ ਪਰਛਾਵੇਂ ਨੂੰ ਕੋਈ ਕਿਵੇਂ ਪਕੜ ਸਕਦਾ ਹੈ। ਤਾਂ ਹੀ ਤਾਂ ਪਾਵਨ ਪਵਿੱਤਰ ਬਾਣੀ ਦੇ ਅੰਦਰ ਜਿਹੜੇ ਆਪਾਂ ਕਈ ਬਚਨ ਪੜ੍ਹਨੇ ਹਾਂ, ਕਹਿੰਦੇ ਜਿਹੜੀਆਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ। ਮਹਾਰਾਜ ਕਿਹਨਾਂ ਦੇ? ਧੰਨ ਗੁਰੂ ਅਮਰਦਾਸ ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਹਰੀ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ। ਮਾਇਆ ਤਾਂ ਉਹਨਾਂ ਦੇ ਪਿੱਛੇ ਹੈ, ਤੇ ਜਿਹੜੇ ਕੋਈ ਭਾਈ ਹਰੀ ਦਾ ਵੀ ਸਿਮਰਨ ਆਪਣੇ ਜੀਵਨ ਵਿੱਚੋਂ ਤਿਆਗ ਕੇ ਮਾਇਆ ਦੇ ਪਿੱਛੇ ਹਨ, ਨਾ ਹਰੀ ਉਹਨਾਂ ਦੇ ਹੱਥ ਵਿੱਚ ਆਇਆ, ਨਾ ਮਾਇਆ ਉਹਨਾਂ ਦੇ ਹੱਥ ਵਿੱਚ ਆਈ। ਪਾਤਸ਼ਾਹ ਜੀ ਇੱਥੇ ਉਦਾਹਰਨਾਂ ਦੇ ਨਾਲ ਸਮਝਾ ਰਹੇ ਹਨ। ਜਾਂ ਤੇ ਸਭ ਕੋ ਜੋ ਹੈ ਮੂਲਾ। ਇਸ ਕਰਕੇ ਭਾਈ ਜੋ ਸਭ ਦਾ ਮੂਲ ਹੈ, ਸਿਮਰੋ ਪ੍ਰਭੂ ਹੋਏ ਅਨਕੂਲਾ। ਪ੍ਰੇਮ ਸਹਿਤ ਅਨਕੂਲ ਸਹਿਤ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰੋ। ਬਚਨਨ ਕੀ ਰਚਨਾ ਸੁਨ ਕਾਲੂ। ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਸੁਣ ਕਰਕੇ ਤਜੇ ਬਾਰ ਇੱਕ ਜਗਤ ਜੰਜਾਲੂ। ਇੱਕੋ ਵਾਰ ਹੀ ਜਿਹੜਾ ਜਗਤ ਦਾ ਜੰਜਾਲ ਸੀ ਨਾ, ਜੋ ਅੱਖਾਂ ਸਾਵੇਂ ਨਸ਼ਾ ਸੀ, ਉਹ ਸਾਰਾ ਹੀ ਉਤਰ ਗਿਆ। ਨਿਰਮਲ ਮਨ ਹੋਇ ਸਿਮਰਨ ਲਾਗਾ। ਹਿਰਦਾ ਜਿਹੜਾ ਸੀ ਅੰਦਰੋਂ ਮਹਾਰਾਜ ਜੀ ਦੇ ਪਿਤਾ ਜੀ ਦਾ ਵੀ ਹਿਰਦਾ ਨਿਰਮਲ ਹੋ ਗਿਆ। ਉਪਜਿਓ ਗਿਆਨ ਮੋਹ ਤਮ ਭਾਗਾ। ਕਹਿੰਦੇ ਅੰਦਰ ਗਿਆਨ ਪੈਦਾ ਹੋਇਆ, ਮੋਹ ਰੂਪੀ ਹਨੇਰਾ ਦੂਰ ਹੋ ਗਿਆ। ਨਿਸਬਾ ਸੁਰ ਹਰ ਸੋ ਲਿਵ ਲਾਗੀ। ਦਿਨ ਤੇ ਰਾਤ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਸੰਗ ਪ੍ਰੀਤੀ ਲੱਗੀ। ਹਿਰਦੈ ਦਵੈਤ ਜੇਤੀ ਸਭ ਭਾਗੀ। ਹਿਰਦੇ ਦੇ ਅੰਦਰੋਂ, ਹਿਰਦੇ ਦੇ ਵਿੱਚੋਂ ਜਿਤਨੀ ਵੀ ਦਵੈਸ਼ ਭਾਵਨਾ ਸੀ ਸਾਰੀ ਖਤਮ ਹੋ ਗਈ। ਏਕ ਲਖਿਓ ਪਰਮਾਤਮ ਸਾਰੇ। ਸਾਰੇ ਪਾਸੇ ਇੱਕ ਪਰਿਪੂਰਨ ਪਰਮਾਤਮਾ ਨੂੰ ਜਾਣ ਲਿਆ। ਅਨਿਕ ਕਲਪਨਾ ਕੀਨ ਨਿਵਾਰੇ। ਹੋਰ ਜਿੰਨੀਆਂ ਵੀ ਵਾਸ਼ਨਾਵਾਂ ਕਲਪਨਾਵਾਂ ਸਾਰੀਆਂ ਨਿਵਾਰ ਦਿੱਤੀਆਂ, ਖਤਮ ਕਰ ਦਿੱਤੀਆਂ। ਜਿਉ ਸਰਾਫ ਭੂਖਨ ਮਤ ਤਿਆਗੇ। ਜਿਵੇਂ ਕੋਈ ਸਰਾਫ ਗਹਿਣਾ ਬੁੱਧੀ ਤਿਆਗ ਕਰਕੇ ਮੋਲ ਲੇਤ ਕੰਚਨ ਹਿਤ ਪਾਗੇ। ਉਹ ਸਾਰੇ ਗਹਿਣੇ ਨੂੰ ਹੀ ਮੁੱਲ ਖਰੀਦ ਲੈਂਦਾ ਹੈ। ਕਿਤਕ ਕਾਲ ਇਸ ਰੀਤ ਬਿਤਾਵਾ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਉੱਥੇ ਕੁਝ ਇੱਕ ਸਮਾਂ ਬਤੀਤ ਕੀਤਾ। ਸਮਾ ਸ਼ਰਾਧ ਕਰਨ ਕੋ ਆਵਾ। ਕਹਿੰਦੇ ਫਿਰ ਉਹਨਾਂ ਦਿਨਾਂ ਦੇ ਅੰਦਰ ਹੀ ਜਿਹੜੇ ਸ਼ਰਾਧਾਂ ਦੇ ਦਿਨ ਸਨ ਉਹ ਵੀ ਆ ਗਏ। ਸਰਬ ਸੌਜ ਕਾਲੂ ਅਨਵਾਈ। ਮਹਾਰਾਜ ਜੀਆਂ ਦੇ ਪਿਤਾ ਜੀਆਂ ਨੇ, ਮਹਿਤਾ ਕਾਲੂ ਜੀਆਂ ਨੇ ਪਿਤਰਾਂ ਹਿੱਤ ਸ਼ਰਾਧ ਕਰਨ ਦੇ ਵਾਸਤੇ ਸਰਬ ਪ੍ਰਕਾਰ ਜਿਹੜੀ ਕੋਈ ਸਮੱਗਰੀ ਸੀ ਸੌਂ ਜੋ ਮੰਗਵਾ ਲਈ। ਰੀਤ ਸ਼ਰਾਧ ਕਰਨੇ ਬਨਵਾਈ। ਉਹ ਕਹਿੰਦੇ ਉਹ ਸਾਰੇ ਸ਼ਰਾਧ ਕਰਨ ਦੇ ਵਾਸਤੇ ਉਹਨਾਂ ਦੇ ਪਿਤਾ ਜੀਆਂ ਨੇ ਉਹ ਸਾਰੇ ਵਾਸਤੇ ਸਮੱਗਰੀ ਧਨ ਜਿਤਨਾ ਵੀ ਚਾਹੀਦਾ ਸੀ,
ਹੋਰ ਸਾਰੀ ਸਮੱਗਰੀ ਉਹ ਸਾਰੀ ਮੰਗਵਾਈ ਹੈ। ਭੋਜਨ ਕਰਿਓ ਦਿਜਨ ਕੇ ਹੇਤਾ। ਬ੍ਰਹਮ ਭੋਜ ਕਰਨ ਦੇ ਵਾਸਤੇ, ਬ੍ਰਾਹਮਣਾਂ ਨੂੰ ਭੋਜਨ ਛਕਾਉਣ ਦੇ ਵਾਸਤੇ ਭੀਰ ਭੂਰ ਭਰ ਰਹੀ ਨਿਕੇਤਾ। ਘਰ ਦੇ ਅੰਦਰ ਬੜੀ ਭੀੜ ਲੱਗ ਗਈ। ਮਹਿਤਾ ਕਾਲੂ ਜੀਆਂ ਦੇ ਘਰ ਦੇ ਅੰਦਰ ਜਿੱਦਣ ਉਹ ਦਿਨ ਆਇਆ ਬੜੀ ਭੀੜ ਘਰ ਦੇ ਅੰਦਰ ਲੱਗ ਗਈ। ਪੰਡਿਤ ਇੱਕ ਬੁਲਾਏ ਤੇ ਕਾਲਾ। ਕੋਲੋਂ ਇੱਕ ਪੰਡਤ ਨੂੰ ਬੁਲਾ ਕਰਕੇ ਬੈਠਿਓ ਕਰਨ ਸ਼ਰਾਧ ਬਿਸਾਲਾ। ਸ਼ਰਾਧ ਕਰਨ ਦੇ ਵਾਸਤੇ ਸਾਰੇ ਆਣ ਕੇ ਜੁੜੇ ਹਨ। ਤਬ ਚੱਲ ਸਹਿਜ ਸੁਭਾਇਕ ਆਏ। ਇੰਨੇ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਹਿਜ ਸੁਭਾਅਕ ਚੱਲ ਕੇ ਆਉਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਆਏ। ਜੇ ਬੇਦੀ ਕੁਲ ਭਾਨ ਸੁਹਾਏ। ਜਿਹੜੇ ਬੇਦੀਆਂ ਦੀ ਕੁਲ ਦੇ ਅੰਦਰ ਸੂਰਜਵਤ ਹਨ। ਪਿਤ ਕੇ ਨਿਕਟ ਬੈਠ ਸੁਖ ਧਾਮਾ। ਮਹਾਰਾਜ ਜੀਆਂ ਦੇ ਕੋਲ ਬੈਠ ਕੇ ਬਚਨ ਪਨੇ ਤੇ ਛਿਨ ਅਭਰਾਮਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਸ ਵਕਤ ਸਾਰੇ ਬਚਨ ਪਿਤਾ ਜੀ ਕੋਲ ਕੀਤੇ। ਪਰਚੇ ਕੌਣ ਕਾਜ ਮਹਿਮ ਤਾਤਾ। ਇਹ ਪਿਤਾ ਜੀ ਤਾਤਾ ਕਿਹੜੇ ਕੰਮਾਂ ਵਿੱਚ ਰੁੱਝ ਗਏ ਹੋ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਾ ਜਦੋਂ ਇਤਿਹਾਸ ਵਿੱਚੋਂ ਦਰਸ਼ਨ ਕਰਨੇ ਆ ਮਹਾਰਾਜ ਜੀਆਂ ਦੇ ਅਚਰਜ ਕੌਤਕ ਹਨ। ਜਿਵੇਂ 9 ਵਰਿਆਂ ਦੇ ਸਨ ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਜਨੇਊ ਪਹਿਨਾਉਣ ਲੱਗੇ ਸਨ। ਹੁਣ 9 ਸਾਲਾਂ ਦਾ ਬਾਲ ਕੁਦਰਤੀ ਹੈ ਵੀ ਸੂਝਵਾਨ ਹੈ, ਇੰਨਾ ਪਤਾ ਹੈ ਵੀ 9 ਸਾਲਾਂ ਦੇ ਬਾਲ ਨੂੰ ਵੀ ਘਰ ਵਿੱਚ ਅੱਜ ਸਾਰੇ ਇਕੱਠੇ ਹੋਏ ਨੇ। ਕਿਉਂ ਹੋਏ ਨੇ? ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਵੀ ਪਤਾ ਲੱਗ ਗਿਆ ਹੋਵੇਗਾ ਉਸ ਦਿਨ, ਪਰ ਮਹਾਰਾਜ ਜੀਆਂ ਨੇ ਰੋਕਿਆ ਨਹੀਂ ਪਿਤਾ ਜੀ ਨੂੰ। ਕਦੋਂ ਤੱਕ ਨਹੀਂ ਰੋਕਿਆ? ਜਦੋਂ ਤੱਕ ਸਾਰੇ ਇਕੱਠੇ ਨਹੀਂ ਹੋ ਗਏ ਉਦੋਂ ਤੱਕ ਨਹੀਂ ਰੋਕਿਆ। ਹਾਲਾਂਕਿ 2-4 ਦਿਨ ਪਹਿਲਾਂ ਵੀ ਘਰ ਵਿੱਚ ਤਿਆਰੀ ਕੀਤੀ ਗਈ ਹੋਵੇਗੀ। ਮਹਾਰਾਜ ਜੀ ਪਹਿਲਾਂ ਵੀ ਕਹਿ ਸਕਦੇ ਸਨ ਪਿਤਾ ਜੀ ਮੈਂ ਜਨੇਊ ਨਹੀਂ ਪਹਿਨਣਾ, ਤੁਸੀਂ ਆ ਸਾਰੀ ਸਮੱਗਰੀ ਧਨ ਜੋ ਵੀ ਤੁਸੀਂ ਖਰਚ ਕਰ ਰਹੇ ਹੋ ਖਰਚਣ ਦੀ ਲੋੜ ਨਹੀਂ। ਮਹਾਰਾਜ ਜੀਆਂ ਨੇ ਰੋਕਿਆ ਨਹੀਂ। ਰੋਕਦੇ ਕਦੋਂ ਨੇ? ਜਦੋਂ ਸਾਰੇ ਇਕੱਠੇ ਹੋ ਗਏ, ਜਦੋਂ ਪੰਡਤ ਜੀ ਹਰਦਿਆਲ ਜੀ ਸਾਹਮਣੇ ਆਣ ਕੇ ਬੈਠ ਗਏ, ਪ੍ਰੋਹਤ ਜੀ ਆਣ ਕੇ ਸਾਹਮਣੇ ਬੈਠ ਗਏ, ਮਹਾਰਾਜ ਜੀ ਉਦੋਂ ਆਪਣੀ ਬਚਨ ਕਰਦੇ ਨੇ, ਉਦੋਂ ਆਪਣੀ ਗੱਲ ਕਰਦੇ ਹਨ। ਜਿਵੇਂ ਅੱਜ ਵੀ ਹੁਣ ਚੱਲ ਰਹੇ ਪ੍ਰਸੰਗ ਦੇ ਅੰਦਰ ਪਿਤਾ ਜੀਆਂ ਨੇ ਕਈ ਰੋਜ਼ ਪਹਿਲਾਂ ਸਮੱਗਰੀ ਮੰਗਵਾਈ ਹੋਵੇਗੀ, ਬ੍ਰਾਹਮਣਾਂ ਨੂੰ ਸੱਦਾ ਵੀ ਦਿੱਤਾ ਗਿਆ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਹਿਲਾਂ ਨਹੀਂ ਰੋਕਿਆ ਪਿਤਾ ਜੀ ਨੂੰ, ਕੀ ਲੋੜ ਹੈ ਸ਼ਰਾਧ ਕਰਨ ਦੀ ਆਪਾਂ ਨੂੰ। ਮਹਾਰਾਜ ਜੀ ਕਹਿੰਦੇ ਨਹੀਂ ਭਾਈ ਇਹਨਾਂ ਨੂੰ ਕਰ ਲੈਣ ਦਿਓ। ਮਹਾਰਾਜ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕੋਲ ਸਹਿਜ ਸੁਭਾਗ ਕਹਿੰਦੇ ਸਾਰੀ ਤਿਆਰੀ ਜਦੋਂ ਹੋ ਗਈ ਨਾ, ਭੋਜਨ ਪ੍ਰਸ਼ਾਦ ਤਿਆਰ ਹੋ ਗਿਆ, ਸਾਰੇ ਆਣ ਕੇ ਬੈਠ ਗਏ। ਕਹਿੰਦੇ ਸਹਿਜ ਸੁਭਾਕ ਜਾ ਕੇ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਿਤਾ ਜੀ ਕੋਲ ਜਾ ਕੇ ਲੱਗੇ ਕਹਿਣ, ਹੇ ਪਿਤਾ ਜੀ ਭੀੜ ਅਜਰ ਕਹੀਐ ਬਿਰਤਾਂਤਾ। ਕਹਿੰਦੇ ਅੱਜ ਬੜੀ ਭੀੜ ਘਰ ਵਿੱਚ ਹੋਈ ਹੈ ਪਿਤਾ ਜੀ, ਵਿਹੜਾ ਭਰਿਆ ਹੋਇਆ ਹੈ। ਸੁਨ ਕਰ ਕਾਲੂ ਬਚਨ ਉਚਾਰੇ। ਇਹਨੇ ਬਚਨ ਸੁਣ ਕੇ ਮਹਿਤਾ ਕਾਲੂ ਜੀ ਕਹਿਣ ਲੱਗੇ, ਪਿਤਰਨ ਕੇਰ ਸ਼ਰਾਧ ਹਮਾਰੇ। ਕਹਿੰਦੇ ਪਿਤਰਾਂ ਦੇ ਵਾਸਤੇ ਆਪਾਂ ਸ਼ਰਾਧ ਕਰ ਰਹੇ ਹਾਂ। ਦਿਵਸ ਆਜ ਕੇ ਕਰਹਿ ਸਦਾਈ। ਕਹਿੰਦੇ ਆਪਾਂ ਮੁੱਢ ਤੋਂ ਹੀ ਅੱਜ ਦੇ ਦਿਨ ਕਰਦੇ ਹੁੰਦੇ ਸਾਂ। ਇਹ ਸ਼ੁਭ ਰੀਤ ਸ਼ਰੂਤੀ ਨੈ ਗਾਈ। ਕਹਿੰਦੇ ਤਾਂ ਸ਼ਰੂਤੀਆਂ ਦੇ ਅੰਦਰ ਉਪਨਿਸ਼ਦਾਂ ਦੇ ਅੰਦਰ ਇਸ ਪ੍ਰਕਾਰ ਕਿਹਾ ਗਿਆ ਹੈ, ਹੇ ਪਿਤ ਸਤ ਬਚਨ ਤੁਮ ਮਾਨੋ। ਪਰ ਹੁਣ ਮਹਾਰਾਜ ਜੀ ਆਪਣੀ ਗੱਲ ਕਰਨ ਲੱਗੇ ਹਨ। ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੀਵਤ ਪਿਤਰ ਨਾ ਮਾਨੈ ਕੋ ਮੂਏ ਸ਼ਰਾਧ ਕਰਾਹੀ। ਪਿਤਰ ਪੀ ਬਪਰੇ ਕਉ ਕਿਉ ਪਾਵੈ ਕਊਆ ਕੂਕਰ ਖਾਹੀ। ਬਾਬਾ ਕਬੀਰ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਚਨ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵੀ ਸਿੱਖ ਨੂੰ ਇਸ ਕੰਮ ਤੋਂ ਵਰਜਿਤ ਕੀਤਾ, ਭਾਈ ਜਿਉਂਦਿਆਂ ਜੀ ਹੀ ਤੂੰ ਆਪਣੇ ਜੀਵਨ ਦੇ ਅੰਦਰ ਅਜਿਹੇ ਕਾਰਜ ਕੰਮ ਕਰਕੇ ਤੁਰ, ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਟਾਲੀਐ। ਚਾਹੁੰਦਾ ਹੈ ਭੋਜਨ ਪ੍ਰਸ਼ਾਦ ਹੱਥੀਂ ਦਾਨ ਪਹਿਲਾਂ ਜਿਉਂਦਿਆਂ ਜੀ ਹਯਾਤੀ ਵਿੱਚ ਕਰਕੇ ਤੁਰ। ਕਦੇ ਦਰਸ਼ਨ ਕਰਨੇ ਆਸਾ ਦੀ ਵਾਰ ਪਾਵਨ ਪਵਿੱਤਰ ਬਾਣੀ ਵਿੱਚੋਂ
ਮਹਾਰਾਜ ਜੀਆਂ ਨੇ ਤਾਂ ਬਚਨ ਹੀ ਕਹਿ ਦਿੱਤੇ, ਵੱਡਿਆ ਹੱਥ ਦਲਾਲ ਕੇ ਮੁਸਫੀ, ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ। ਪੜੋ ਗੁਰਮੁਖੋ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਕਹਿੰਦੇ ਮਿਲਣਾ ਉਹ ਹੈ ਜਿਹੜਾ ਹਯਾਤੀ ਵਿੱਚ ਜਿਉਂਦਿਆਂ ਜੀ ਤੂੰ ਕਰਕੇ ਤੁਰੇਗਾ। ਮਤ ਸੋਚੀ ਵੀ ਤੇਰੇ ਬਾਅਦ ਵਿੱਚ ਤੈਨੂੰ ਕੋਈ ਪਿੱਛੋਂ ਭੋਜਨ ਪ੍ਰਸ਼ਾਦ ਅਪੜਾਉਣ ਵਾਲੇ ਆਉਣਗੇ। ਮਤ ਸੋਚੀ ਵੀ ਤੇਰੇ ਵਾਸਤੇ ਜਲ ਪਾਣੀ ਭੋਜਨ ਪਾਣੀ ਦਾ ਪ੍ਰਬੰਧ ਹੋਵੇਗਾ। ਸਾਧ ਸੰਗਤ ਜਿਉ ਖਿਮਾ ਕਰਨਾ, ਅੱਜ ਵੱਡੇ ਤਰ੍ਹਾਂ ਦੇ ਨਾਲ ਆਪਣੇ ਵਿੱਚ ਵੀ ਇਹ ਜਿਹੜੀ ਹੈ ਉਹ ਆਪਣੇ ਵਿੱਚ ਵੀ ਨਾਲ ਹੀ ਇਹ ਉਹ ਰੀਤ ਆਪਣੇ ਵਿੱਚ ਵੀ ਅੱਜ ਆ ਗਈ ਹੈ। ਸਨਾਤਨ ਮਤ ਦੇ ਕਰਦੇ ਸਨ, ਕਰ ਰਹੇ ਨੇ, ਕੋਈ ਬਾਤ ਨਹੀਂ ਉਹਨਾਂ ਦੀ। ਪਰ ਬਾਬਾ ਕਬੀਰ ਸਾਹਿਬ ਜੀ ਨੇ ਤਾਂ ਉੱਥੇ ਕਹਿ ਦਿੱਤਾ, ਕਹਿੰਦੇ ਉਹਨਾਂ ਕੋਲ ਕਿਵੇਂ ਪਹੁੰਚਿਆ ਭਾਈ? ਰੋਟੀ ਤਾਂ ਉੱਥੇ ਰੱਖ ਕੇ ਆਏ, ਕਿਸੇ ਕਾਂ ਨੇ ਚੁੱਕ ਲਈ, ਕਿਸੇ ਕੂਕਰ ਨੇ ਚੁੱਕ ਲਈ, ਰੋਟੀ ਕਿੱਥੇ ਅੱਪੜ ਗਈ? ਪਾਤਸ਼ਾਹ ਦੀ ਹਰਿਦੁਆਰ ਵਾਲੀ ਸਾਖੀ। ਖੈਰ ਪਾਵਨ ਪਵਿੱਤਰ ਬਾਣੀ ਅੰਦਰ ਅਨੇਕਾਂ ਹੀ ਮਹਾਰਾਜੀਆਂ ਦੇ ਇਸ ਵਿਸ਼ੇ ਦੇ ਉੱਪਰ ਪ੍ਰਮਾਣਨ ਸ਼ਰਾਧਾਂ ਦੇ ਉੱਪਰ ਜਦੋਂ ਇੰਨੀ ਗੱਲ ਕਹੀ, ਪਿਤਾ ਮਹਿਤਾ ਕਾਲੂ ਜੀ ਨੇ ਲੱਗੇ ਕਹਿਣ, ਕਹਿੰਦੇ ਪੁੱਤਰ ਜੀ ਆਪਾਂ ਹਰ ਸਾਲ ਹੀ ਇਸੇ ਦਿਨ ਹੀ ਆਪਾਂ ਮੁੱਢ ਤੋਂ ਕਰਦੇ ਆਏ ਹਾਂ। ਸ਼ਰੂਤੀਆਂ ਵਿੱਚ ਵੀ ਇਹ ਬੋਲ ਲਿਖੇ ਗਏ ਹਨ, ਪੁੰਨਵਾਨ ਅਤਸ਼ੈ ਨਿਜ ਜਾਨੋ। ਮਹਾਰਾਜ ਜੀਆਂ ਦੇ ਕੋਲ ਫਿਰ ਜਾ ਕੇ, ਪਿਤਾ ਜੀਆਂ ਦੇ ਕੋਲ ਜਾ ਕੇ ਲੱਗੇ ਕਹਿਣ, ਕਹਿੰਦੇ ਲੋੜ ਕੀ ਹੈ ਆਪਾਂ ਨੂੰ? ਪਿਤਰ ਗਏ ਤੁਮਰੇ ਅਸ ਠੌਰੀ। ਪਿਤਾ ਜੀ ਕਦੇ ਵੇਖਿਆ ਹੈ ਵੀ ਤੁਹਾਡੇ ਪਿੱਤਰ ਕਿੱਥੇ ਨੇ? ਕਿੰਨਾ ਪਿੱਤਰਾਂ ਦੇ ਵਾਸਤੇ ਤੁਸੀਂ ਭੋਜਨ ਪ੍ਰਸ਼ਾਦ ਦਾ ਪ੍ਰਬੰਧ ਕਰਨ ਲੱਗੇ ਹੋ? ਤੁਹਾਡੇ ਪਿੱਤਰ ਕਿੱਥੇ ਹਨ? ਭੂਖ ਰੋ ਪਿਆਸ ਜਹਾਨ ਹੈ ਥੋਰੀ। ਕਹਿੰਦੇ ਪਿਤਾ ਜੀ ਪਿੱਤਰ ਤੁਹਾਡੇ ਉੱਥੇ ਨੇ ਜਿੱਥੇ ਨਾ ਉਹਨਾਂ ਨੂੰ ਕੋਈ ਭੁੱਖ ਹੈ, ਨਾ ਉਹਨਾਂ ਨੂੰ ਕੋਈ ਤ੍ਰੇਹ ਹੈ, ਉਹਨਾਂ ਨੂੰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ। ਨਾ ਹੈ ਸ਼ਰਾਧ ਕੀ ਕਰਤੇ ਉਡੀਕਾ। ਉਹ ਤਾਂ ਤੁਹਾਡੇ ਸ਼ਰਾਧ ਦੀ ਉਡੀਕ ਵੀ ਨਹੀਂ ਕਰਦੇ। ਰਹਿਤ ਸਦੀਵ ਤਹਾਂ ਸੁਖ ਨੀਕਾ। ਉਹ ਤਾਂ ਉੱਥੇ ਸੁਖ ਪਏ ਮਾਣਦੇ ਹਨ। ਜਿਨਕੇ ਪਿਤਰ ਅਸਨ ਜਲ ਚਾਹੀ। ਉਹਨਾਂ ਜਿਨ੍ਹਾਂ ਦੇ ਪਿੱਤਰ ਅਜਿਹੇ ਹੋਣ, ਕਰਨੋ ਸ਼ਰਾਧ ਤਿਨ ਹੈ ਕੋ ਇਹੀ। ਕਹਿੰਦੇ ਉਹਨਾਂ ਨੂੰ ਸ਼ਰਾਧ ਕਰਨ ਦੀ ਭਾਵੇਂ ਹੋਰ ਕਿਸੇ ਨੂੰ ਕੋਈ ਲੋੜ ਹੋਵੇ, ਪਰ ਪਿਤਾ ਜੀ ਤੁਹਾਨੂੰ ਕੋਈ ਲੋੜ ਨਹੀਂ। ਪਿਤਾ ਜੀ ਤੁਹਾਨੂੰ ਸ਼ਰਾਧ ਕਰਨ ਦੀ ਲੋੜ ਹੀ ਕੋਈ ਨਹੀਂ। ਜਿਨਕੇ ਮਨ ਅਭਿਲਾਖਾ ਨਾਹੀ। ਜਿਨ੍ਹਾਂ ਦੇ ਹਿਰਦੇ ਅੰਦਰ ਕੋਈ ਵੀ ਅਭਿਲਾਸ਼ਾ ਇੱਛਾ ਨਹੀਂ, ਕਰੈ ਸ਼ਰਾਧ ਸੰਤਤ ਕਿਉ ਤਾਹੀ। ਉਹਨਾਂ ਦੀ ਸੰਤਾਨ ਨੂੰ ਸ਼ਰਾਧ ਕਰਨ ਦੀ ਕੀ ਲੋੜ ਹੈ? ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਤਾ ਜੀ ਉਹਨਾਂ ਦੀ ਸੰਤਾਨ ਨੂੰ ਸ਼ਰਾਧ ਕਰਨ ਦੀ ਲੋੜ ਹੀ ਕੋਈ ਨਹੀਂ। ਅਬ ਸਭ ਦਿਜ ਕੋ ਦੇਹੋ ਆਹਾਰਾ। ਚਲੋ ਮੰਨੀ ਗੱਲ, ਜਿਹੜੇ ਕੋਈ ਅੱਜ ਆਏ ਨੇ ਲੋੜਵੰਦ ਭੋਜਨ ਪ੍ਰਸ਼ਾਦ ਛਕਣ ਦੇ ਵਾਸਤੇ, ਅਜਿਹਾ ਨਹੀਂ ਮੈਂ ਕਹਿ ਰਿਹਾ ਕਿ ਅੱਗੋਂ ਥਾਲੀਆਂ ਚੁੱਕ ਲਵੋ ਹੁਣ ਬ੍ਰਾਹਮਣ ਲੋਕਾਂ ਦੇ, ਨਹੀਂ। ਆਏ ਨੇ ਸਾਰਿਆਂ ਨੂੰ ਹੁਣ ਲੰਗਰ ਪ੍ਰਸ਼ਾਦ ਪਰੋਸ ਦੇਵੋ। ਜੋ ਤਿਆਰ ਕੀਤਾ ਗਿਆ ਹੈ ਇਹ ਸਾਰਿਆਂ ਨੂੰ ਆਪਾਂ ਛਕਾ ਦੇਨੇ ਹਾਂ। ਕਰਨੋ ਸ਼ਰਾਧ ਤਜਹੋ ਬਿਵਹਾਰਾ। ਕਹਿੰਦੇ ਪਰ ਸ਼ਰਾਧ ਦੀ ਲੋੜ ਹੁਣ ਕੋਈ ਨਹੀਂ ਹੈ। ਕਾਲੂ ਕਹੈ ਬਿਨਾ ਚਖ ਦੇਖੇ। ਪਰ ਮਹਿਤਾ ਕਾਲੂ ਜੀ ਹੁਣ ਫੇਰ ਲੱਗੇ ਕਹਿਣ, ਕਹਿੰਦੇ ਬਿਨਾ ਮੈਂ ਵੇਖਿਆ ਬਿਨਾ ਪਰਖਿਆ ਮੁਝੇ ਪ੍ਰਤੀਤ ਨ ਆਏ ਵਿਸ਼ੇਖੇ। ਪਰ ਮੈਨੂੰ ਕੋਈ ਵੀ ਇਸ ਗੱਲ ਦੀ ਪ੍ਰਤੀਤ ਨਹੀਂ ਆ ਰਹੀ। ਇਸ ਪ੍ਰਕਾਰ ਕੀ ਸੁਧ ਜੋ ਸੁਨਾਵ ਹੋ। ਇਸ ਪ੍ਰਕਾਰ ਦੀ ਤੁਸੀਂ ਮੈਨੂੰ ਖਬਰ ਦੱਸਦੇ ਹੋ। ਜਹਾਂ ਪਿੱਤਰ ਸੋ ਠੌਰ ਦਿਖਾਵ ਹੋ। ਜਿੱਥੇ ਪਿੱਤਰ ਨੇ ਤੁਸੀਂ ਚਲੋ ਮੈਨੂੰ ਉਹ ਪਿੱਤਰ ਹੀ ਵਿਖਾਲ ਦੇਵੋ। ਵੇਖ ਲਿਓ ਮੈਂ ਆਏ ਭਰੋਸੋ। ਮੈਂ ਵੇਖ ਲਵਾਂ ਤੇ ਮੈਨੂੰ ਭਰੋਸਾ ਆ ਜਾਵੇ। ਕਹੋ ਜੋ ਤੁਮ ਤਬ ਬਹੁਰ ਕਰੋ ਸੋ। ਫਿਰ ਜਿਵੇਂ ਪੁੱਤਰ ਜੀ ਤੁਸੀਂ ਕਹਿੰਦੇ ਹੋ ਉਦਾਂ ਹੀ ਕਰ ਲਵਾਂਗੇ। ਮੈਨੂੰ ਤੁਸੀਂ ਵਿਖਾਲ ਹੀ ਦਵੋ ਵੀ ਕਿੱਥੇ ਹਨ ਪਿੱਤਰ ਸਾਡੇ ਜਿਨ੍ਹਾਂ ਬਾਰੇ ਤੁਸੀਂ ਕਹਿ ਰਹੇ ਹੋ। ਸੁਣ ਕਰ ਬੋਲੇ ਕਿਰਪਾ ਨਿਧਾਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੰਨੇ ਬਚਨ ਸੁਣ ਕਰਕੇ, ਜੇ ਤੁਮ ਦੇਖਿਓ ਚਾਹੋ ਸੋ ਥਾਨਾ। ਕਹਿੰਦੇ ਜੇ ਤੁਸੀਂ ਵੇਖਣੀ ਚਾਹੁੰਦੇ ਹੋ ਉਹ ਥਾਂ, ਦੋਨ ਬਿਲੋਚਨ ਮੁੰਦ ਹੋ ਅਬ ਹੀ। ਪਿਤਾ ਜੀ ਕਰੋ ਫਿਰ ਆਪਣੇ ਨੇਤਰ ਤੁਸੀਂ ਦੋਵੇਂ ਬੰਦ। ਪਿੱਤਰ ਬਿਲੋ ਕੋ ਬੈਠੇ ਸਭ ਹੀ। ਕਹਿੰਦੇ ਇੱਥੇ ਬੈਠੇ ਬੈਠੇ ਤੁਸੀਂ ਆਪਣੇ ਪਿੱਤਰਾਂ ਦੇ ਦੀਦਾਰ ਪਾ ਲਵੋ। ਕਰ ਨਿਸ਼ਚਾ ਮਾਨਿਓ ਮਨ ਬਚਨਾ। ਕਹਿੰਦੇ ਇੰਨਾ ਬਚਨ ਸੁਣ ਕਰਕੇ ਨਿਸ਼ਚਾ ਮੰਨ ਕੇ ਅੱਖਾਂ ਬੰਦ ਕਰ ਲਈਆਂ ਮਹਿਤਾ ਕਾਲੂ ਜੀ ਨੇ।
ਲੋਚਨ ਮੂੰਦ ਭਿਖੀ ਸੁਠ ਰਚਨਾ ਕਹਿੰਦੇ ਫਿਰ ਜਿਹੜੀ ਅੱਖਾਂ ਬੰਦ ਕਰਕੇ ਸੁੰਦਰ ਰਚਨਾ ਵੇਖੀ, ਜਹ ਬੈਕੁੰਠ ਭਗਤ ਬੱਡ ਬਾਸਾ ਜਿੱਥੇ ਵੱਡੇ ਵੱਡੇ ਭਗਤ ਬੈਕੁੰਠ ਦੇ ਅੰਦਰ ਸੁਸ਼ੋਭਤ ਸਨ, ਕੰਚਨ ਮਣ ਮੈਂ ਰੁਚਿਰ ਆਵਾਸਾ ਸੁੰਦਰ ਘਰਾਂ ਦੇ ਅੰਦਰ ਜਿਨ੍ਹਾਂ ਦਾ ਆਵਾਸ ਕਹੀਏ, ਜਿਨ੍ਹਾਂ ਦਾ ਅਸਥਾਨ ਸੀ, ਤਾਹਾਂ ਪਿਤਰ ਦੇਖੇ ਸਭ ਜਾਈ ਕਹਿੰਦੇ ਮਹਿਤਾ ਕਾਲੂ ਜੀਆਂ ਨੇ ਆਪਣੇ ਪਿੱਤਰ ਉਸ ਥਾਂ ਵੇਖੇ ਹਨ, ਉਸ ਥਾਂ ਆਪਣੇ ਪਿੱਤਰਾਂ ਨੂੰ ਵੇਖਿਆ। ਇਸ ਕੋ ਦੇਖ ਉੱਠੇ ਸਮੁਦਾਈ ਇਹਨਾਂ ਨੂੰ ਮਹਿਤਾ ਕਾਲੂ ਜੀਆਂ ਨੂੰ ਸਾਹਮਣੇ ਵੇਖ ਕਰਕੇ ਸਤਕਾਰ ਵਿੱਚ ਉਹ ਉੱਠ ਖਲੋਤੇ। ਕਰ ਕਾਲੂ ਕੋ ਬਹੁ ਸਨਮਾਨਾ ਬੜਾ ਉਹ ਮਹਿਤਾ ਕਾਲੂ ਜੀਆਂ ਦਾ ਪਿੱਤਰਾਂ ਨੇ ਸਨਮਾਨ ਕੀਤਾ। ਮ੍ਰਿਦੁਲ ਮਧੁਰ ਮੁਖ ਬਚਨ ਬਖਾਨਾ ਬੜੇ ਮਿੱਠੇ ਬੋਲ ਉਹਨਾਂ ਨੇ ਆਪਣੀ ਰਸਨਾ ਤੋਂ ਕਹੇ। ਧੰਨ ਧੰਨ ਤੁਮਾਰੀ ਕਰਤੂਤਾ ਕਹਿੰਦੇ ਤੁਹਾਡੀ ਕਰਨੀ ਬੜੀ ਧੰਨ ਧੰਨ ਹੈ। ਮਹਿਤਾ ਕਾਲੂ ਜੀ ਤੁਹਾਡੀ ਭਗਤੀ ਬੜੀ ਹੈ, ਤੁਹਾਡੀ ਕਰਨੀ ਬੜੀ ਹੈ। ਜੇ ਕਰਨੀ ਵੱਡੀ ਹੈ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੇ ਘਰ ਉਹਨਾਂ ਦਾ ਅਵਤਰਨ ਹੋਇਆ ਹੈ ਮਹਿਤਾ ਕਾਲੂ ਜੀਆਂ ਦੇ ਵੇੜੇ। ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਨਾ, ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ। ਪਿਤਾ ਜੀਆਂ ਦੀ ਭਗਤੀ, ਮਾਤਾ ਜੀਆਂ ਦੀ ਭਗਤੀ, ਇਸੇ ਤਰ੍ਹਾਂ ਸਤਿਕਾਰਯੋਗ ਮਹਿਤਾ ਕਾਲੂ ਜੀਆਂ ਦੀ ਭਗਤੀ, ਸਤਿਕਾਰਯੋਗ ਮਾਤ ਤ੍ਰਿਪਤਾ ਜੀਆਂ ਦੀ ਭਗਤੀ ਵੀ ਵੱਡੀ ਹੈ। ਕਹਿੰਦੇ ਧੰਨ ਹੈ ਤੁਹਾਡਾ ਜੀਵਨ, ਜਿਹ ਤੇ ਉਪਜਿਓ ਸਦਨ ਸਪੂਤਾ ਇਹਨਾਂ ਦੇ ਵਿਹੜੇ ਦੇ ਅੰਦਰ ਬਹੁਤ ਸਤਿਕਾਰਯੋਗ ਸਪੁੱਤਰ ਪੈਦਾ ਹੋਇਆ ਹੈ। ਸਭ ਪਿਤਰਨ ਕੋ ਕੀਨ ਉਧਾਰਾ ਕੱਲਾ ਆਪਣਾ ਨਹੀਂ, ਸਾਰੇ ਪਿਤਰਾਂ ਦਾ ਵੀ ਨਾਲ ਉਧਾਰ ਕਰ ਦਿੱਤਾ ਹੈ। ਪਹੁੰਚਾਏ ਪ੍ਰਭ ਕੇ ਦਰਬਾਰਾ ਜਿਨ੍ਹਾਂ ਨੂੰ ਪ੍ਰਭੂ ਦੇ ਦਰਬਾਰ ਦੇ ਅੰਦਰ ਪਹੁੰਚਾ ਦਿੱਤਾ ਹੈ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ। ਆਪ ਵੀ ਭਵ ਸਾਗਰ ਤੋਂ ਤਰੇ, ਪਿਤਰਾਂ ਦਾ ਵੀ ਜਿਨ੍ਹਾਂ ਨੇ ਉਧਾਰ ਕਰ ਦਿੱਤਾ। ਐਸੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਾਲੂ ਕਹੈ ਕਿਤਕ ਪਾ ਕਾਲਾ। ਮਹਿਤਾ ਕਾਲੂ ਜੀ ਪੁੱਛਦੇ ਨੇ ਕਿੰਨਾ ਕੁ ਸਮਾਂ ਹੋ ਗਿਆ ਹੈ, ਤੁਮਨੇ ਪਾਇਓ ਆਨੰਦ ਬਿਸਾਲਾ। ਜਦੋਂ ਦੇ ਤੁਸੀਂ ਭਾਵ ਇੱਥੇ ਆਨੰਦ, ਵੱਡਾ ਆਨੰਦ ਭੋਗ ਰਹੇ ਹੋ। ਬਸੇ ਆਨ ਸ਼੍ਰੀ ਹਰਿ ਕੇ ਲੋਗਾ ਜਿੱਥੇ ਤੁਸੀਂ ਹਰੀ ਦੇ ਲੋਕਾਂ ਵਿੱਚ ਆਣ ਕੇ ਤੁਹਾਡਾ ਵਾਸਾ ਹੈ। ਜਹ ਮਦ ਮਾਨ ਮੋਹ ਨਹਿ ਸੋਗਾ ਜਿੱਥੇ ਕਿਸੇ ਪ੍ਰਕਾਰ ਦਾ ਕੋਈ ਮਦ ਮਾਨ ਅਹੰਕਾਰ ਸੋਗ ਨਹੀਂ ਹੈ। ਸੁਨ ਕਾਲੂ ਜਬ ਸਦਨ ਤੁਮਾਰੇ ਤੇ ਉਸ ਵਕਤ ਪਿਤਰਾਂ ਨੇ ਅੱਗੋਂ ਉੱਤਰ ਦਿੱਤਾ, ਕਹਿੰਦੇ ਹੇ ਕਾਲੂ ਜੀ ਸੁਣੋ, ਜਦੋਂ ਤੁਹਾਡੇ ਘਰ ਦੇ ਅੰਦਰ ਅਵਤਰਿਓ ਸ਼੍ਰੀ ਏਕੰਕਾਰੇ ਇੱਕ ਓੰਕਾਰ ਉਹ ਪਰਿਪੂਰਨ ਪਰਮਾਤਮਾ ਜਦੋਂ ਦਾ ਤੁਹਾਡੇ ਵਿਹੜੇ ਦੇ ਅੰਦਰ ਉਹਨਾਂ ਨੇ ਜਨਮ ਲਿਆ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜਦੋਂ ਦਾ ਅਵਤਰਨ ਆਪ ਜੀਆਂ ਦੇ ਵਿਹੜੇ ਅੰਦਰ ਪ੍ਰਮਾਤਮਾ ਦਾ ਅਵਤਰਨ ਤੁਹਾਡੇ ਵਿਹੜੇ ਵਿੱਚ ਹੋਇਆ ਹੈ, ਤਬ ਕੇ ਆਨ ਬਸੇ ਇਹ ਥਾਨਾ ਉਦੋਂ ਦੇ ਅਸੀਂ ਇਸ ਥਾਂ ਆਣ ਕੇ ਵਸੇ ਹਾਂ। ਅਚੁੱਤ ਪਦਵੀ ਆਨੰਦ ਮਹਾਨਾ ਵੱਡੀ ਪਦਵੀ ਤੇ ਤਥਾ ਵੱਡਾ ਆਨੰਦ ਪ੍ਰਾਪਤ ਹੋਇਆ ਹੈ। ਸੁਤ ਕੋ ਸੁਤ ਨਾ ਜਾਣ ਵੱਡ ਭਾਗੀ ਕਹਿੰਦੇ ਕੱਲੇ ਆਪਣੇ ਪੁੱਤਰ ਨੂੰ, ਕੱਲਾ ਪੁੱਤਰ ਵਤ ਨਾ ਤੁਸੀਂ ਜਾਣੀ ਜਾਇਓ ਕਾਲੂ ਜੀ। ਕੇਵਲ ਆਪਣੇ ਪੁੱਤਰ ਨੂੰ ਆਪਣਾ ਕੇਵਲ ਪੁੱਤਰ ਵਤ ਹੀ ਨਾ ਜਾਣੋ ਤਾਂ ਬਹੁਤ ਵੱਡਿਆਂ ਭਾਗਾਂ ਵਾਲਾ ਹੈ। ਹਰ ਸੋ ਲਖੇ ਹੋ ਅਨੁਰਾਗੀ ਉਹ ਤਾਂ ਹਰੀ ਸਵਰੂਪ ਹਨ, ਉਹਨਾਂ ਨੂੰ ਹਰੀ ਸਵਰੂਪ ਜਾਣੋ। ਸੁਨ ਬਾਚ ਸੁਖ ਪਿਖ ਕਹਿ ਸਮੁਦਾਈ ਕਹਿੰਦੇ ਇੰਨੇ ਬਚਨ ਸੁਣ ਕਰਕੇ ਬੜੇ ਪ੍ਰਸੰਨ ਹੋਏ ਮਹਿਤਾ ਕਾਲੂ ਜੀ। ਰਹਿਓ ਸੋ ਕਾਲੂ ਔਰ ਬਿਸਮਾਈ ਹਿਰਦੇ ਅੰਦਰ ਬੜੇ ਹੀ ਬਿਸਮਾਦ ਵਿੱਚ ਬੜੇ ਹੈਰਾਨ ਹੋਏ ਹਨ। ਤਜਲੇ ਕੀ ਅਬਲਾਖ ਨਾ ਕਰਈ ਚਿੱਤ ਨਹੀਂ ਕਰਦਾ ਅਜਿਹੀ ਥਾਂ ਤੋਂ ਵਾਪਸ ਆਉਣ ਨੂੰ। ਰਹੋ ਇਹਾਂ ਮੈਂ ਹਿਰਦੈ ਵਿਚਰਈ ਚਿੱਤ ਹੈ ਵੀ ਮੈਂ ਵੀ ਇਸੇ ਥਾਂ ਤੇ ਮੇਰਾ ਵਾਸਾ ਹੋ ਜਾਵੇ। ਆਨੰਦ ਦਿਖਾਏ ਬੜੋ ਜਗਨਾਥਾ ਜਗਤ ਦੇ ਨਾਥ ਜੀਆਂ ਨੇ ਵੱਡਾ ਆਨੰਦ ਜੂ ਵਿਖਾਲ ਦਿੱਤਾ ਹੈ। ਪਿਤ ਕੋ ਗਹਿਓ ਹਾਥ ਮੈਂ ਹਾਥਾ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਿਤਾ ਜੀਆਂ ਦੇ ਮੁਬਾਰਕ ਹੱਥਾਂ ਨੂੰ ਹੱਥਾਂ ਵਿੱਚ ਲਿਆ। ਤੇ ਛਿਨ ਮੈਂ ਲੋਚਨ ਖੁਲਵਾਏ ਉਸੇ ਵਕਤ ਕਿਹਾ ਪਿਤਾ ਜੀ ਹੁਣ ਆਪਣੇ ਨੇਤਰ ਖੋਲ ਲਵੋ। ਸ਼੍ਰੀ ਮੁਖ ਸੋ ਅਚ ਬਚਨ ਅਲਾਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਿਤਾ ਜੀ ਦੇ ਨਾਲ ਬਚਨ ਕੀਤੇ। ਦੇਖੇ ਪਿਤਰ
ਕਿਦੋਂ ਤੁਮ ਨਾਹੀ। ਕਹਿੰਦੇ ਪਿਤਾ ਜੀ ਵੇਖ ਲਏ ਆਪਣੇ ਪਿੱਤਰ ਕੇ ਨਹੀਂ ਤੁਸਾਂ ਨੇ ਵੇਖੇ। ਕਹੋ ਬ੍ਰਤੰਤ ਸਬੈ ਹਮ ਪਾਹੀ। ਕਹਿੰਦੇ ਸਾਨੂੰ ਵੀ ਸਾਰਾ ਬਰਤੰਤ ਤੁਸੀਂ ਕਿਰਪਾ ਕਰਕੇ ਦੱਸਣਾ ਕਰੋ। ਕਾਲੂ ਕੋ ਸਭ ਸੰਸੈ ਭਾਗਾ। ਸਤਿਕਾਰਯੋਗ ਮਹਿਤਾ ਕਾਲੂ ਜੀਆਂ ਦਾ ਜਿਤਨਾ ਵੀ ਅੰਦਰ ਸੰਸਾ ਸੀ ਸਾਰਾ ਸੰਸਾ ਦੂਰ ਹੋ ਗਿਆ ਜਦੋਂ ਕਿ ਪ੍ਰਤੱਖ ਹੀ ਦੀਦਾਰ ਪਾ ਲਏ। ਜਾਨ ਪ੍ਰਭੂ ਕੋ ਮਨ ਅਨੁਰਾਗਾ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਪ੍ਰਭੂ ਵਤ ਜਾਣਿਆ। ਕਹਿਣ ਲੱਗਿਓ ਮੈਂ ਸਭ ਹੀ ਦੇਖੇ। ਇੰਨੇ ਬਚਨ ਕਹਿ ਕੇ ਲੱਗੇ ਕਹਿਣ ਕਹਿੰਦੇ ਮੈਂ ਸਾਰੇ ਹੀ ਵੇਖ ਲਏ ਹਨ। ਬਸ ਹੈ ਤਹਾਂ ਜਹ ਆਨੰਦ ਵਿਸ਼ੇਖੇ। ਕਹਿੰਦੇ ਉੱਥੇ ਤਾਂ ਬੜੇ ਉਹ ਆਨੰਦ ਦੇ ਅੰਦਰ ਹੀ ਹਨ। ਅਬ ਕਰ ਕਿਰਪਾ ਮੁਝੈ ਤੇ ਥਾਨਾ। ਹੁਣ ਤੁਹਾਨੂੰ ਮੇਰਾ ਵੀ ਸਮਾਂ ਨਜ਼ਦੀਕ ਆਇਆ ਜਾਪਦਾ ਹੈ। ਹੁਣ ਤੁਸੀਂ ਮੈਨੂੰ ਵੀ ਪਹੁੰਚਾਵੋ ਤੁਮ ਮਾਇਆ ਨਿਦਾਨਾ। ਕਹਿੰਦੇ ਅਜਿਹੀ ਥਾਂ ਤੇ ਤੁਸੀਂ ਮੇਰਾ ਵੀ ਵਾਸਾ ਕਰਵਾ ਦੇਵੋ। ਮਲ ਮੂਤਰ ਕੀ ਤਜ ਕਰ ਦੇਹਾ। ਆ ਜਿਹੜੀ ਮਲ ਮੂਤਰ ਦੀ ਜਿਹੜੀ ਇਹ ਦੇਹ ਕਾਇਆ ਹੈ ਪਹੁੰਚੋ ਤਹਾਂ ਜਾ ਚਾਹੇ ਮਮ ਏਹਾ। ਇਹਨੂੰ ਮੈਂ ਤਿਆਗ ਕਰਕੇ ਸਦੀਵੀ ਉਸ ਥਾਂ ਤੇ ਜਾ ਕੇ ਵੱਡਾ ਸੁਖ ਪਾਵਾਂ। ਵਾਰ-ਵਾਰ ਦਾ ਮੇਰਾ ਜੰਮਣਾ ਵਾਰ-ਵਾਰ ਦਾ ਮੇਰਾ ਮਰਨਾ ਖਤਮ ਹੋ ਜਾਵੇ। ਸੁਨੋ ਪਿਤਾ ਤਵ ਬੈਸ ਬਿਹਾਈ। ਸਤਿਗੁਰੂ ਮਹਾਰਾਜ ਜੀ ਲੱਗੇ ਕਹਿਣ ਕਹਿੰਦੇ ਜਦੋਂ ਆਰਬਲਾ ਪੂਰੀ ਹੋਵੇਗੀ ਕੇਤਕ ਦਿਵਸ ਮੈਂ ਪਹੁੰਚਿਓ ਜਾਈ। ਕਹਿੰਦੇ ਫਿਰ ਤੁਹਾਡਾ ਵੀ ਵਾਸਾ ਉੱਥੇ ਹੈ। ਅਬੇ ਉੱਠ ਕੇ ਸਭ ਭੋਜਨ ਖਵਾਵੋ। ਕਹਿੰਦੇ ਪਿਤਾ ਜੀ ਹੁਣ ਉਠੋ ਜਿਹੜੇ ਬ੍ਰਾਹਮਣ ਲੋਕ ਆਏ ਨੇ ਲੋੜਵੰਦ ਹੋਰ ਜਿਤਨੇ ਵੀ ਆਏ ਹਨ ਉਹਨਾਂ ਨੂੰ ਤੁਸੀਂ ਭੋਜਨ ਪ੍ਰਸ਼ਾਦ ਉਹਨਾਂ ਨੂੰ ਤੁਸੀਂ ਛਕਾਉਣਾ ਕਰੋ। ਆਏ ਹੋਏ ਹਨ ਉਹਨਾਂ ਨੂੰ ਤੁਸੀਂ ਲੋੜਵੰਦਾਂ ਨੂੰ ਭੋਜਨ ਪ੍ਰਸ਼ਾਦ ਛਕਾਵੋ। ਸਾਧ ਸੰਗਤ ਜੀਓ ਕਈ ਵਾਰ ਜਦੋਂ ਕਥਾ ਪ੍ਰਸੰਗ ਦੇ ਅੰਦਰ ਜਦੋਂ ਬੇਨਤੀ ਕਰਨੇ ਹਾਂ ਕਿ ਭਾਈ ਸ਼ਰਾਧਾਂ ਦੀ ਲੋੜ ਨਹੀਂ ਸਿੱਖ ਨੂੰ ਸੰਗਤ ਦੇ ਵਿੱਚੋਂ ਫਿਰ ਕਈ ਵਾਰ ਕਹਿੰਦੇ ਭਾਈ ਜੀ ਗਿਆਨੀ ਜੀ ਕੋਈ ਲੋੜਵੰਦ ਦੇ ਮੂੰਹ ਵਿੱਚ ਭੋਜਨ ਪ੍ਰਸ਼ਾਦ ਪੈ ਜਾਂਦਾ ਹੈ ਕੋਈ ਲੋੜਵੰਦ ਛਕ ਲੈਂਦਾ ਹੈ। ਗੁਰਮੁਖੋ ਗੁਰੂ ਕਾ ਸਿੱਖ ਤਾਂ ਆਪਣੇ ਦਰਵਾਜ਼ੇ ਲੋੜਵੰਦ ਦੇ ਵਾਸਤੇ ਇਕੱਲਾ 1 ਮਹੀਨੇ ਸ਼ਰਾਧਾਂ ਵਾਲੇ ਦਿਨਾਂ ਦੇ ਅੰਦਰ ਨਹੀਂ ਉਹ ਤਾਂ 12 ਮਹੀਨੇ ਆਪਣੇ ਘਰ ਦੇ ਦਰਵਾਜ਼ੇ ਖੁੱਲੇ ਰੱਖਦਾ ਹੈ। ਜਦੋਂ ਵੀ ਕੋਈ ਆਣ ਕੇ ਜਾਚਨਾ ਕਰੇ ਉਹ ਦਿਨ ਥਿੱਤਵਾਰ ਦੀ ਉਡੀਕ ਨਹੀਂ ਕਰਦਾ ਕਿ ਆਹ ਫਲਾਣੇ ਦਿਨ ਨੂੰ ਮੈਂ ਕਰਨਾ ਹੈ। ਨਹੀਂ ਭਾਈ ਉਹ ਤਾਂ ਜਦੋਂ ਵੀ ਕੋਈ ਦੁਆਰੇ ਤੇ ਆਏ ਕੋਈ ਵੀ ਆਣ ਕੇ ਭੋਜਨ ਦੀ ਜਾਚਨਾ ਕਰੇ ਗੁਰੂ ਕਾ ਸਿੱਖ ਆਏ ਹੋਏ ਨੂੰ ਭੋਜਨ ਪ੍ਰਸ਼ਾਦ ਛਕਾਉਣ ਦੀ ਸੇਵਾ ਕਰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਬਚਨ ਕੀਤਾ ਪਿਤਾ ਜੀ ਆਏ ਹੋਏ ਹਨ ਹੁਣ ਉੱਠ ਕਰਕੇ ਤਿਨਾਂ ਨੂੰ ਭੋਜਨ ਪ੍ਰਸ਼ਾਦ ਛਕਾਉਣ ਦੀ ਸੇਵਾ ਕਰੋ। ਬਾਹਰ ਬੈਠ ਹਰ ਕੇ ਗੁਣ ਗਾਵੋ। ਫਿਰ ਬੈਠ ਕੇ ਹਰੀ ਦੇ ਗੁਣ ਗਾਵਾਂਗੇ। ਬਚਨ ਮਾਨ ਉਠ ਦੀਨ ਆਹਾਰਾ। ਉੱਠੇ ਹਨ ਬਚਨ ਮੰਨ ਕੇ ਸਾਰਿਆਂ ਨੂੰ ਭੋਜਨ ਛਕਾਇਆ। ਜੋ ਤਹ ਆਏ ਸਭ ਕੋ ਖਵਾਰਾ। ਜਿਹੜੇ ਆਏ ਸਾਰਿਆਂ ਨੂੰ ਛਕਾਇਆ ਹੈ। ਕਿਤਕ ਦਿਵਸ ਜਬ ਬਹੁਰ ਬਿਤਾਏ। ਇਸ ਪ੍ਰਕਾਰ ਜਦੋਂ ਸਮਾਂ ਸਾਧ ਸੰਗਤ ਜੀਓ ਆਇਆ ਅੰਤ ਸਮਾ ਪਹੁੰਚਿਓ ਤਬ ਆਏ। ਮਹਿਤਾ ਕਾਲੂ ਜੀਆਂ ਦਾ ਜਿਹੜਾ ਅੰਤਮ ਸਮਾਂ ਸੀ ਸਾਧ ਸੰਗਤ ਜੀਓ ਨਜ਼ਦੀਕ ਆ ਗਿਆ। ਜਿਉ ਗਜ ਫੂਲ ਮਾਲ ਕੋ ਡਾਰੇ। ਜਿਵੇਂ ਹਾਥੀ ਫੁੱਲਾਂ ਦੀ ਮਾਲਾ ਨੂੰ ਬੜੇ ਸੌਖੇ ਹੀ ਸੁੱਟ ਦਿੰਦਾ ਹੈ ਤਿਉ ਤਨ ਤਜ ਬੈਕੁੰਠ ਪਧਾਰੇ। ਇਸ ਪ੍ਰਕਾਰ ਮਹਿਤਾ ਕਾਲੂ ਜੀ ਆਪਣੀ ਇਸ ਕਾਇਆ ਨੂੰ ਛੱਡ ਕਰਕੇ ਬੈਕੁੰਠ ਵਿੱਚ ਚਲੇ ਗਏ। ਸ਼੍ਰੀ ਨਾਨਕ ਉੱਤਮ ਬਿਦ ਸੰਗਾ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉੱਤਮ ਵਿਧੀ ਨਾਲ ਪਿਤ ਕੋ ਦਾਹ ਕੀਓ ਸਰ ਬੰਗਾ। ਪਿਤਾ ਜੀ ਦਾ ਦਾਹ ਸੰਸਕਾਰ ਕੀਤਾ। ਕਿਤਕ ਦਿਵਸ ਤਿਹ ਕੇ ਪਛਾਤੀ। ਔਰ ਸਾਧ ਸੰਗਤ ਜੀਓ ਥੋੜੇ ਸਮੇਂ ਦੇ ਬਾਅਦ ਹੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਤ੍ਰਿਪਤਾ ਤਜੀ ਦੇਹ ਸ਼ੁਭ ਭਾਂਤੀ। ਮਹਾਰਾਜ ਜੀਆਂ ਦੇ ਸਤਿਕਾਰਯੋਗ ਮਾਤਾ ਵੀ ਪ੍ਰਭੁਪੁਰ ਪਿਆਨਾ ਕਰ ਗਏ। ਪਹਿਲਾਂ ਪਿਤਾ ਜੀ ਪ੍ਰਭੁਪੁਰ ਪਿਆਨਾ ਕਰ ਗਏ ਔਰ ਥੋੜੇ ਸਮੇਂ ਦੇ ਬਾਅਦ ਥੋੜੇ ਦਿਨਾਂ ਦੇ ਬਾਅਦ ਸਤਿਕਾਰਯੋਗ ਮਾਤ ਤ੍ਰਿਪਤਾ ਜੀ ਵੀ ਆਪਣੀ ਕਾਇਆ ਦੇ ਤਿਆਗ ਕਰਕੇ ਬੈਕੁੰਠ ਦੇ ਅੰਦਰ ਸੱਚਖੰਡ ਗਮਨ ਕਰ ਗਏ। ਦੇਹ ਕੋ ਦਾਹ ਕੀਨ ਸ਼ੁਭ ਰੀਤੀ। ਉਹਨਾਂ ਦਾ ਵੀ ਦਾਹ ਸੰਸਕਾਰ ਕਰਨ ਉਪਰੰਤ ਕੀ ਬੈਕੁੰਠ ਕਰਤੇ ਓ ਸੁਤ ਪ੍ਰੀਤੀ। ਔਰ
ਪੁੱਤਰ ਨਾਲ ਪ੍ਰੇਮ ਕਰਦੇ ਹੋਏ ਸਤਿਕਾਰਯੋਗ ਮਾਤ ਤ੍ਰਿਪਤਾ ਜੀ ਬੈਕੁੰਠ ਅੰਦਰ ਉਹਨਾਂ ਦਾ ਵਾਸਾ ਹੋਇਆ। ਸਰਬਦਰ ਬਜੇ ਤੋ ਘਰ ਬਾਰਾ। ਹੁਣ ਜਿੰਨਾ ਵੀ ਘਰ ਬਾਰ ਸੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਜਿਤਨੀ ਵੀ ਪੈਲੀ ਭੋਏ ਭਾਂਡਾ ਸੀ, ਦਇਓ ਅਤਿਥਿਨ ਕੋ ਸੁਖਕਾਰਾ। ਮਹਾਰਾਜ ਜੀਆਂ ਨੇ ਜਿੰਨੇ ਵੀ ਕੋਈ ਲੋੜਵੰਦ ਸਨ ਪਾਤਸ਼ਾਹ ਜੀਆਂ ਨੇ ਘਰ ਬਾਰ ਸਾਰਾ ਹੀ ਵੰਡ ਦਿੱਤਾ। ਉਦਣ ਮਾਤਾ ਦਾ ਸੰਸਕਾਰ ਕੀਤਾ, ਘਰ ਵਿੱਚ ਆਏ, ਜਿੰਨਾ ਵੀ ਕੋਈ ਲੋੜਵੰਦ ਮਹਾਰਾਜ ਜੀਆਂ ਦੇ ਕੋਲ ਆਇਆ ਪਾਤਸ਼ਾਹ ਜੀਆਂ ਨੇ ਸਾਰਾ ਕੁਝ ਹੀ ਵੰਡ ਦਿੱਤਾ। ਬੇਦੀ ਕੁਲ ਕੇ ਮਨੁਜ ਮਹਾਨਾ। ਹੁਣ ਜਿਹੜੇ ਕੋਈ ਨਾਲ ਬੇਦੀ ਵੰਸ਼ ਦੇ ਵਿੱਚੋਂ ਹੋਰ ਕੋਈ ਸ਼ਰੀਕੇ ਬਰਾਦਰੀ ਵਾਲੇ ਜਿੰਨੇ ਵੀ ਲੋਕ ਸਨ, ਅਨੇਕ ਬੇਦਨ ਸਮਝਾਏ ਸੋ ਜਾਣਾ। ਉਹ ਆਣ ਕੇ ਮਹਾਰਾਜ ਜੀਆਂ ਨੂੰ ਰੋਕਣ ਲੱਗੇ ਵੀ ਤੁਸੀਂ ਆਹ ਕੀ ਕਰ ਰਹੇ ਹੋ? ਚਲੋ ਮਾਤਾ ਪਿਤਾ ਜੇ ਸੰਸਾਰ ਤੋਂ ਚਲੇ ਗਏ, ਤੁਸੀਂ ਤਾਂ ਘਰ ਵਿੱਚ ਹੋ ਨਾ, ਇੱਥੇ ਹੀ ਤੁਸੀਂ ਰਹਿਣਾ ਹੈ। ਘਰ-ਬਾਰ ਕਿਉਂ ਤੁਸੀਂ ਵੰਡ ਰਹੇ ਹੋ ਲੋਕਾਂ ਨੂੰ? ਘਰ ਦਾ ਜਿੰਨਾ ਵੀ ਭੋਏ ਭਾਂਡਾ ਹੈ ਤੁਸੀਂ ਕਿਉਂ ਇਸ ਤਰ੍ਹਾਂ ਲੁਟਾ ਰਹੇ ਹੋ? ਰਹ ਹੋਇਆ ਆਪਣੇ ਜ ਪਿਤ ਜਿਉ ਪੁਰ ਮੈਂ। ਜਿਵੇਂ ਤੁਹਾਡੇ ਪਿਤਾ ਜੀ ਇਸ ਨਗਰੀ ਦੇ ਅੰਦਰ ਉਹਨਾਂ ਨੇ ਨਗਰੀ ਵਿੱਚ ਰਹੇ ਹਨ, ਤੁਸੀਂ ਵੀ ਹੁਣ ਉਹਨਾਂ ਦੀ ਥਾਂ ਇਸ ਨਗਰੀ ਵਿੱਚ ਰਹੋ। ਕਿਉਂ ਬੇਰਕਤ ਹੋਏ ਅਸਿਉਰ ਮੈਂ। ਕਿਉਂ ਤੁਸੀਂ ਵਿਰਕਤ ਹੋ ਗਏ ਹੋ? ਕਿਉਂ ਤੁਸੀਂ ਅਜਿਹਾ ਆਪਣਾ ਸੁਭਾਅ ਬਣਾ ਲਿਆ ਹੈ? ਸ਼੍ਰੀ ਗੁਰ ਕਹੈ ਪਰਪੰਚ ਪਸਾਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਜਿਤਨਾ ਵੀ ਪਰਪੰਚ ਪਖੰਡ ਹੈ, ਨਸਵਰ ਝੂਠੋ ਲਿਹੋ ਵਿਚਾਰੇ। ਇਹ ਨਾਸ਼ਵਾਨ ਨਾਸ਼ ਹੋਣ ਵਾਲਾ ਹੈ, ਇਹ ਝੂਠਾ, ਇਹਨੂੰ ਵਿਚਾਰ ਲਵੋ। ਜਾਂ ਤੇ ਤਜਹੋ ਪ੍ਰੀਤ ਇਹ ਸੰਗਾ। ਇਸ ਕਰਕੇ ਹੇ ਭਾਈ ਹੇ ਸੱਜਣੋ, ਇਹਦੇ ਨਾਲੋਂ ਆਪਣੀ ਪ੍ਰੀਤ ਤੋੜ ਲਵੋ। ਸਤਨਾਮ ਸਿਮਰੋ ਸ ਉਮੰਗਾ। ਸਤਨਾਮ ਸ਼੍ਰੀ ਵਾਹਿਗੁਰੂ। ਤੁਸੀਂ ਇਹ ਪ੍ਰੇਮ ਸਹਿਤ, ਉਮੰਗ ਸਹਿਤ, ਚਾਉ ਸਹਿਤ ਤੁਸੀਂ ਇਹ ਜਾਪ ਕਰੋ। ਦਿਵਸ ਬਿਤਾਵੈ ਬਹਿਰ ਉਜਾਰਾ। ਮਹਾਰਾਜ ਜੀ ਸਾਧ ਸੰਗਤ ਜੀਓ, ਇਸ ਪ੍ਰਕਾਰ ਜਿਹੜਾ ਦਿਨ ਹੈ ਪਾਤਸ਼ਾਹ ਜੀ ਬਾਹਰ ਹੀ ਜੰਗਲ ਵੇਲੇ ਦੇ ਅੰਦਰ ਮਹਾਰਾਜ ਜੀ ਸਮਾਂ ਬਤੀਤ ਕਰ ਆਉਂਦੇ ਹਨ। ਆਵਹਿ ਪੁਰ ਮੈਂ ਰਹਿਣ ਉਦਾਰਾ। ਔਰ ਰਾਤ ਪਈ ਗਈ, ਰਾਤ ਪਾਤਸ਼ਾਹ ਜੀ ਫਿਰ ਘਰ ਪਰਤਦੇ ਹਨ। ਕਿਤਕ ਦਿਵਸ ਬੀਤੇ ਤਲਵੰਡੀ। ਇਸ ਪ੍ਰਕਾਰ ਮਹਾਰਾਜ ਜੀਆਂ ਦੇ ਸਮਾਂ ਤਲਵੰਡੀ ਨਗਰੀ ਅੰਦਰ ਇਸ ਪ੍ਰਕਾਰ ਬਤੀਤ ਹੋਇਆ। ਅਤਸ਼ੈ ਕੀਰਤ ਜਹ ਤਹ ਮੰਡੀ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਦੂਰ ਦਰਾਡੇ ਤੱਕ ਮਹਾਰਾਜ ਜੀਆਂ ਦੀ ਜੋ ਉਪਮਾ ਫੈਲੀ ਹੈ। ਆਵੇਂ ਮਨੁਜੇ ਅਧਿਕ ਧਰ ਭਾਉ। ਆਉਂਦੀਆਂ ਹਨ ਦੂਰ ਦਰਾਡੇ ਤੋਂ ਸੰਗਤਾਂ ਭਾਵਨਾ ਸਹਿਤ। ਸੁਨ ਹੈ ਬਚਨ ਨਿਤ ਚੌਗੁਣ ਚਾਉ। 4 ਗੁਣਾ ਚਾਉ ਦੇ ਨਾਲ ਪਾਤਸ਼ਾਹ ਜੀਆਂ ਦੀ ਮੁਬਾਰਕ ਰਸਨਾ ਤੋਂ ਬੜੇ ਪ੍ਰੇਮ ਦੇ ਨਾਲ ਸੰਗਤਾਂ ਆਣ ਕੇ ਬਚਨ ਸੁਣਦੀਆਂ ਹਨ। ਦੇਹ ਮੁਕਤ ਦਾਤਿਨ ਉਪਦੇਸ਼ਾ। ਮਹਾਰਾਜ ਸੱਚੇ ਪਾਤਸ਼ਾਹ ਜੀ ਮੁਕਤੀ ਦੇਣ ਵਾਲਾ ਉਪਦੇਸ਼ ਪਾਤਸ਼ਾਹ ਜੀ ਉਹਨਾਂ ਨੂੰ ਸੌਂਪਦੇ ਹਨ। ਪਰ ਉਪਕਾਰੀ ਸ਼੍ਰੀ ਜਗਤੇਸ਼ਾ। ਜਗਤੇਸ਼ ਜਗਤ ਦੇ ਮਾਲਕ ਮਹਾਰਾਜ ਪਰਉਪਕਾਰੀ ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤ ਸੰਗਤ ਮੈਂ ਸ਼ਰਦਾ ਧਰਨੰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਤ ਸੰਗਤ ਦੇ ਅੰਦਰ ਜੋ ਸ਼ਰਧਾ ਬਣਾਉਣ ਵਾਲੇ, ਸਤਨਾਮ ਕੋ ਸਿਮਰਨ ਕਰਨੰ। ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਉਪਦੇਸ਼ ਦੇਣ ਵਾਲੇ, ਪੂਰਨ ਲਖੋ ਪ੍ਰਮਾਤਮ ਏਕੋ। ਸਮਝਾਉਂਦੇ ਹਨ ਹੇ ਭਾਈ ਸਾਰੇ ਪਾਸੇ ਇੱਕ ਪਰਮਾਤਮਾ ਨੂੰ ਜਾਣੋ। ਮਨ ਕੇ ਕਲਪਨ ਹੋਤ ਅਨੇਕੋ। ਮਨ ਦੀਆਂ ਜਿਤਨੀਆਂ ਵੀ ਕਲਪਨਾ ਜਾਂ ਮਨ ਦੀਆਂ ਜਿਤਨੀਆਂ ਵੀ ਇੱਛਾਵਾਂ ਹਨ, ਇਸ ਮਨ ਕੋ ਜੋ ਜੀਤਨ ਕਰਹੀ। ਜਿਹੜਾ ਇਸ ਭਾਈ ਮਨ ਨੂੰ ਜਿੱਤ ਲੈਂਦਾ ਹੈ, ਸੋ ਪਰਮ ਪਦ ਕੇ ਅਨੁਸਰ ਹੀ। ਉਹੀ ਪਰਮ ਪਦ ਦਾ ਅਧਿਕਾਰੀ ਹੋ ਜਾਂਦਾ ਹੈ। ਕਾਰਨ ਅਲਪ ਸੁਖਨ ਕੇ ਸਾਧੂ। ਕਹਿੰਦੇ ਇਹ ਤਾਂ ਥੋੜੇ ਸੁਖਾਂ ਦੇ ਵਾਸਤੇ, ਅਲਪ ਸਵਾਦਾਂ ਦੇ ਹਿੱਤ। ਜਾਤ ਜਨਮ ਖਵੈ ਆਪਨ ਬਾਦੂ। ਮਨੁੱਖ ਆਪਣਾ ਜਨਮ ਏਦਾਂ ਹੀ ਖੁਆਰ ਕਰ ਦਿੰਦਾ ਹੈ। ਕਿਉਂ ਕਿਉ ਬਨਿਕ ਕਰਨ ਵਿਵਹਾਰੇ। ਹੁਣ ਪਾਤਸ਼ਾਹ ਇੱਥੇ ਉਦਾਹਰਣ ਦਿੰਦੇ ਹਨ, ਕਹਿੰਦੇ ਜਿਵੇਂ ਕੋਈ ਇੱਕ ਬਾਣੀਆਂ ਜਾਂ ਜਿਵੇਂ ਕੋਈ ਇੱਕ ਵਪਾਰੀ ਵਪਾਰ ਕਰਨ ਵਾਸਤੇ ਲੈ ਪੂੰਜੀ ਪਰਦੇਸ਼ ਸਿਧਾਰੇ। ਉਹ ਪੂੰਜੀ ਲੈ ਕੇ ਪਰਦੇਸ ਜਾਵੇ, ਤਿਉ ਮਾਨੁਖ ਤਨ ਲੈ ਸਭ ਆਏ। ਇਸ ਪ੍ਰਕਾਰ ਪ੍ਰਭੂ ਦੇ ਦੇਸ਼ ਤੋਂ ਆਪਾਂ ਵੀ ਪੂੰਜੀ ਲੈ ਕੇ ਤੁਰੇ ਹਾਂ। ਭਾਈ ਉਹ ਕਿਹੜੀ ਪੂੰਜੀ ਹੈ? ਉਹ ਪੂੰਜੀ ਹੈ ਸਾਹਾਂ ਦੀ ਪੂੰਜੀ। ਹੁਣ ਇਸ ਪੂੰਜੀ ਦੇ ਸਾਹਮਣੇ ਕੋਈ ਪੂੰਜੀ ਦੂਸਰੀ ਖਲੋ ਸਕਦੀ ਹੈ? ਮਹਾਰਾਜ ਜੀ ਕਹਿੰਦੇ ਭਾਈ ਆਪਾਂ ਤੁਰੇ ਹਾਂ ਪ੍ਰੀਤਮ ਦੇ ਦੇਸ਼ ਤੋਂ ਪੂੰਜੀ ਲੈ ਕੇ, ਸਾਹਾਂ ਦੀ ਪੂੰਜੀ ਲੈ ਕੇ।
ਨਾਮ ਬਿਹਾਜਨ ਜੋ ਸੁਖਦਾਏ। ਨਾਮ ਵਿਹਾਜਣ ਦੇ ਵਾਸਤੇ, ਨਾਮ ਇਕੱਤਰ ਕਰਨ ਵਾਸਤੇ। ਇਹ ਤਨ ਲੈ ਕਰ ਵਿਸ਼ਯਨ ਭੋਗਾ। ਤੇ ਜੇ ਕੋਈ ਮਨੁੱਖ ਇੰਨੇ ਕੀਮਤੀ ਸਵਾਸ ਲੈ ਕੇ ਵਿਕਾਰਾਂ ਵਿੱਚ ਹੀ, ਨਸ਼ਿਆਂ ਵਿੱਚ ਹੀ ਫਸ ਜਾਏ, ਨਿਸ ਦਿਨ ਰਚੈ ਸੇ ਮੂਰਖ ਲੋਗਾ। ਕਹਿੰਦੇ ਭਾਈ ਉਹ ਅਜਿਹੇ ਮੂਰਖ ਲੋਕ ਹੀ ਹਨ। ਲਾਭ ਨਾ ਲਿਓ ਸੋ ਪੂੰਜੀ ਖੋਈ। ਉਹਨਾਂ ਨੇ ਭਾਈ ਦੱਸੋ ਹੁਣ ਕੀ ਕੋਈ ਲਾਭ ਖੱਟਿਆ ਹੈ ਜਗਤ ਵਿੱਚ ਆਉਣ ਦਾ? ਲਾਭ ਵੀ ਨਹੀਂ ਖੱਟਿਆ। ਜਿਹੜੇ ਕੋਲ ਪੂੰਜੀ ਸੀ ਸਾਹਾਂ ਦੀ, ਉਹ ਵੀ ਖਰਾਬ ਕਰ ਦਿੱਤੀ। ਗਮਲੇ ਅੰਤ ਝਾੜ ਕਰ ਦੋਈ। ਕਹਿੰਦੇ ਦੋਵੇਂ ਹੱਥ ਝਾੜ ਕਰਕੇ ਤੁਰਦੇ ਹਨ। ਪਾਏ ਨਰਕ ਹੋਏ ਕਸ਼ਟ ਅਪਾਰੇ। ਭਾਈ ਉਹਨਾਂ ਨੂੰ ਵੱਡਾ ਕਸ਼ਟ ਪ੍ਰਾਪਤ ਹੁੰਦਾ ਹੈ। ਪਹਰੋ ਤ੍ਰਿਗਦ ਜੋਨ ਜਗ ਧਾਰੇ। ਫਿਰ ਟੇਢੀਆਂ ਮੇਢੀਆਂ ਜੂਨਾਂ ਵਿੱਚ ਵਾਸਾ ਹੁੰਦਾ ਹੈ। ਇੱਕ ਇਸ ਰੀਤ ਗਏ ਜਗ ਹੂੰ ਤੇ। ਇੱਕ ਭਾਈ ਇਸ ਰੀਤ ਨਾਲ ਜਗਤ ਤੋਂ ਤੁਰਦੇ ਹਨ। ਇੱਕ ਨਿਜ ਪੂੰਜੀ ਰੱਖ ਪਹੂ ਤੇ। ਇੱਕ ਅਜਿਹੇ ਹਨ ਜਿਨ੍ਹਾਂ ਨੇ ਦੋਵਾਂ ਦਾ ਹਿਸਾਬ ਕਿਤਾਬ ਥੋੜਾ ਜਿਹਾ ਬਰਾਬਰ ਕਰ ਲਿਆ ਹੈ। ਕਈਆਂ ਨੇ ਆਪਣੀ ਪੂੰਜੀ ਖਰਾਬ ਨਹੀਂ ਕੀਤੀ। ਮਾਨੁਖ ਤਨ ਧਰ ਪੁੰਨ ਬਿਸਾਲਾ। ਫਿਰ ਦੁਬਾਰਾ ਉਹ ਲੋਕ ਦੁਬਾਰਾ ਫਿਰ ਮਨੁੱਖਾ ਜਨਮ ਧਾਰ ਕੇ ਉਹਨਾਂ ਦਾ ਜਨਮ ਹੋਇਆ। ਕਰਤ ਰਹੇ ਤਪ ਮੈਂ ਤਨ ਘਾਲਾ। ਫਿਰ ਜੇ ਉਹਨਾਂ ਦੀ ਇੱਛਾ ਹੋਵੇ ਫਿਰ ਦੁਬਾਰਾ ਉਹ ਤਪ ਘਾਲਦੇ ਹਨ। ਸੇ ਸੋ ਵਰਗ ਸੁਖ ਭੋਗੈ ਜਾਈ। ਉਹ ਮਾਲਕ ਦੇ ਘਰ ਦੇ ਅੰਦਰ ਭਾਈ ਉਹ ਸਵਰਗ ਦੇ ਅਧਿਕਾਰੀ ਹੋ ਜਾਂਦੇ ਹਨ। ਪੁਨ ਜਗ ਮਾਨੁਖ ਦੇਹੀ ਪਾਈ। ਉਹਨਾਂ ਨੇ ਜਗਤ ਵਿੱਚ ਮਨੁੱਖਾ ਦੇਹੀ ਪ੍ਰਾਪਤ ਕਰ ਲਈ। ਲਾਭ ਨਹੀਂ ਪਰ ਪੂੰਜੀ ਰਾਖੀ। ਉਹਨਾਂ ਨੂੰ ਲਾਭ ਤਾਂ ਨਹੀਂ ਹੋਇਆ, ਵੱਡਾ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਤਾਂ ਨਹੀਂ ਹੋਇਆ, ਜਨਮ ਤਾਂ ਉਹਨਾਂ ਦਾ ਹੋ ਗਿਆ, ਪਰ ਜੇ ਦੁਬਾਰਾ ਜਨਮ ਦੇ ਅੰਦਰ ਕਿਤੇ ਉਹ ਪਰਿਪੂਰਨ ਪਰਮਾਤਮਾ ਜੀ ਦਾ ਸਿਮਰਨ ਕਰ ਲੈਣ, ਪੁੰਨਾ ਤਮ ਜੇ ਤਪ ਅਭਲਾਖੀ। ਫਿਰ ਜੇ ਇੱਛਾ ਹੋਵੇ ਤਪ ਤਾਪਣ ਦੀ, ਤਪ ਤਾਪ ਲੈਂਦੇ ਹਨ। ਜਿੱਲੀਏ ਲਾਭ ਸੋ ਸੁਨੋ ਕਹਾਣੀ। ਭਾਈ ਜਿਨ੍ਹਾਂ ਨੇ ਵੱਡਾ ਲਾਭ ਖੱਟਿਆ ਹੈ, ਸਿਮਰੈ ਨਾਮ ਕਰਮ ਮਨ ਬਾਨੀ। ਉਹ ਆਪਣੇ ਜੀਵਨ ਦੇ ਅੰਦਰ ਕਰਮਾਂ ਕਰਕੇ, ਬਚਨਾ ਕਰਕੇ, ਤਿੰਨੇ ਤਰੀਕਿਆਂ ਦੇ ਨਾਲ ਭਾਈ ਰਸਨਾ ਸਾਥ, ਸੁਨ ਸਾਥ, ਕਰਮਾ ਸਹਿਤ ਉਹ ਜੀਵਨ ਦੇ ਅੰਦਰ ਸਿਮਰਨ ਕਰਦੇ ਹਨ। ਸੇ ਲਾਹਾ ਲੈ ਗੇ ਦਰਬਾਰਾ। ਭਾਈ ਉਹ ਵੱਡਾ ਲਾਭ ਲੈ ਕੇ ਪ੍ਰੀਤਮ ਦੇ ਦੇਸ਼ ਆਪਣੇ ਵਾਪਸ ਪਰਤਦੇ ਹਨ। ਮਹਾਰਾਜੀਆਂ ਦੇ ਬਚਨ ਹਨ ਨਾ ਸਾਧ ਸੰਗਤ ਜੀ। ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ, ਸੱਚ ਵਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ। ਸ਼ਬਦ ਪੜਨਾ। ਪ੍ਰਦੇਸ਼ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਾਭਾਇਆ, ਗੁਣ ਰਾਸ ਬਨ ਪੱਲੇ ਆਨੀ। ਮਹਾਰਾਜੀਆਂ ਨੇ ਸ਼ਬਦ ਕਹੇ ਭਾਈ ਪ੍ਰੀਤਮ ਦੇ ਦੇਸ਼ ਤੋਂ ਤੁਰੇ ਹਾਂ, ਪ੍ਰਦੇਸ਼ ਵਿੱਚ ਬੈਠੇ ਹਾਂ। ਆ ਸਾਧ ਸੰਗਤ ਜੀਓ ਜਿਹਨੂੰ ਆਪਾਂ ਦੇਸ਼ ਕਹਿ ਰਹੇ ਹਾਂ ਭਾਈ, ਇਹ ਵੀ ਪ੍ਰਦੇਸ਼ ਹੀ ਹੈ। ਕਿਤੇ ਇੱਥੇ ਬੈਠੇ ਥੋੜਾ ਰਹਿਣਾ ਹੈ, ਥੋੜ ਸਮੇਂ ਦਾ ਹੈ। ਬੰਦਾ ਕਿਤੇ ਆਪਣੇ ਘਰ ਤੋਂ ਬਾਹਰ ਆਏ, ਥੋੜੇ ਸਮੇਂ ਵਾਸਤੇ, ਕੋਈ ਚੰਦ ਦਿਨਾਂ ਵਾਸਤੇ ਆਏ, ਤੇ ਬੰਦਾ ਪਿੱਛੇ ਆਪਣੇ ਘਰ ਫੋਨ ਕਰਦਾ ਹੈ। ਸਵੇਰੇ ਕਰਦਾ ਹੈ, ਸ਼ਾਮ ਨੂੰ ਕਰਦਾ ਹੈ ਵੀ ਘਰ ਸਾਰੇ ਠੀਕ ਠਾਕ ਹਨ। ਪੁੱਛਦਾ ਹੈ ਨਾ ਆਪਣੇ ਘਰ ਗਰਾਂ ਦਾ ਹਾਲ। ਤੇ ਮਹਾਰਾਜੀਆਂ ਦੇ ਘਰੋਂ, ਪ੍ਰੀਤਮ ਦੇ ਘਰੋਂ ਤੁਰੇ ਹਾਂ, ਪਰਦੇਸ ਵਿੱਚ ਬੈਠੇ ਹਾਂ। ਨਾ ਉਸ ਘਰ ਦੇ ਵਿੱਚ ਕਦੇ ਸਵੇਰੇ ਫੋਨ ਕਰਕੇ ਹਾਲ ਪੁੱਛਿਆ ਹੈ, ਨਾ ਕਦੇ ਸ਼ਾਮ ਨੂੰ ਪੁੱਛਿਆ ਹੈ। ਉਸ ਘਰ ਦੇ ਅੰਦਰ ਅਰਦਾਸ ਬੇਨਤੀ ਕਰਨੀ, ਹਾਲ ਹੀ ਪੁੱਛਣਾ ਤਾਂ ਹੈ। ਜਿਸ ਥਾਂ ਤੋਂ ਤੁਰੇ ਹਾਂ ਉੱਥੇ ਵੱਤ ਪਿੱਛੇ ਧਿਆਨ ਹੀ ਨਹੀਂ ਆਇਆ। ਜਿਵੇਂ ਕੋਈ ਬਾਜ਼ਾਰ ਦੀ ਰੌਣਕ ਵੇਖ ਕਰਕੇ ਮਸਤ ਹੋ ਜਾਏ, ਘਰ ਦਾ ਪਿੱਛੇ ਹਾਲ ਹੀ ਭੁੱਲ ਜਾਏ, ਉਹ ਹਾਲ ਸਾਡਾ ਬਣਿਆ ਹੈ। ਪਿੱਛੇ ਭੁੱਲ ਹੀ ਗਏ ਹਾਂ ਪ੍ਰੀਤਮ ਦੇ ਦੇਸ਼ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਨੂੰ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਵੱਖ-ਵੱਖ ਉਦਾਹਰਨਾਂ ਦੇ ਨਾਲ ਮਹਾਰਾਜ ਜੀ ਸਮਝਾ ਰਹੇ ਹਨ। ਹੈ ਭਾਈ ਜਿਨ੍ਹਾਂ ਨੇ ਜੀਵਨ ਦੇ ਅੰਦਰ ਤਪ ਘਾਲਿਆ ਹੈ, ਉਹ ਆਪਣੇ ਜੀਵਨ ਦੇ ਅੰਦਰ ਵੱਡਾ ਲਾਭ ਪ੍ਰਾਪਤ ਕਰਕੇ ਸਾਧ ਸੰਗਤ ਜੀਓ ਸੰਸਾਰ ਦੇ ਵਿੱਚੋਂ ਤੁਰਦੇ ਹਨ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਭਾਈ ਫਿਰ ਉਹ ਧੰਤਾ ਯੋਗ ਹੋ ਜਾਂਦੇ ਹਨ ਜਿਹੜੇ ਜੀਵਨ ਦੀ ਬਾਜੀ ਜਿੱਤ ਕੇ ਟੁਰਨ।
ਸਤਿਗੁਰੂ ਰਹਿਮਤ ਕਰਨ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਉ ਜਲ ਮੈਂ ਜਲ ਆਏ ਖਟਾਨਾ, ਜਿਉ ਜਲ ਮੈਂ ਜਲ ਆਏ ਖਟਾਨਾ, ਜਿਉ ਮੈਂ ਜਲ ਆਏ ਖਟਾਨਾ, ਜੋ ਜਲ ਮੈਂ ਜਲ ਆਏ ਖਟਾਨਾ। ਤਿਉ ਜੋਤੀ ਸੰਗ ਜੋਤ ਸਮਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ, ਅਗਨਾ ਹੇ ਪੂਰਨ ਹੇ ਸਰਬ ਮੈਂ, ਮੁਖ ਪੰਜਨ ਗੁਣ ਸਾਰ। ਹੇ ਸੰਗੀ ਹੇ ਨਿਰੰਕਾਰ, ਨਿਰਗੁਣ ਸਭ ਟੇ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਬੇ। ਹੇ ਅਪਰੰਪਰ ਹਰ ਹਰੇ, ਐ ਪੀ ਹੋਵਨ ਹਾਰ। ਹੇ ਸੰਤੈ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੂ, ਮੈਂ ਨਿਰਗੁਣ ਗੁਣ ਨਹੀਂ ਕੋ। ਨਾਨਕ ਦੀਜੈ ਨਾਮਦਾਨ। ਰਾਖੋ ਹੀ ਐ ਪਰੋ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ